ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਗੁਰ ਹਿਰਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ਼੍ਰੀ ਅਰਜਨ ਬਿਘਨਨ ਕੇ ਨਾਸਕ ਬਿਘਨਨ ਕੇ ਨਾਸਕ। ਸ਼੍ਰੀ ਹਰਗੋਬਿੰਦ ਸ਼ੋਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ। ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਜਿਸ ਮਹ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਹ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤਹਿ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਭੋਰ ਹੋਤ ਹੀ ਕਰੀਐ ਤਿਆਰੀ ਅਸ ਮਨਸਾ ਅਬ ਅਹੈ ਹਮਾਰੀ। ਸੁਨ ਵਿਧੀਏ ਕਰ ਜੋਰ ਉਚਾਰਾ ਦ੍ਰਿਸ਼ਟ ਪਰਤ ਇਹ ਧੁੰਦ ਪਸਾਰਾ। ਭੋਰ ਹੋਤ ਹੀ ਕਰੀਐ ਤਿਆਰੀ। ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ ਚਬਰ ਛਤਰ ਤਖਤ ਦੇ ਮਾਲਕ ਵਾਹਿਗੁਰੂ ਅਕਾਲ ਪੁਰਖ ਜੀ ਦਾ ਸਰਗੁਣ ਸਵਰੂਪ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿਖੇ ਸ਼ਾਮਾਂ ਦੇ ਦੀਵਾਨਾਂ ਦੇ ਵਿੱਚ ਗੁਰੂ ਘਰ ਦੀ ਸੰਗਤ ਕਰ ਰਹੀ ਗੁਰੂ ਪਿਆਰੀ ਗੁਰੂ ਸਵਾਰੀ ਸੰਗਤ ਜੀ। ਜਿਨਕੇ ਬੜੇ ਭਾਗ ਹੈ ਭਾਈ ਤਿਨ ਸਾਧੂ ਸੰਗ ਮੁਖ ਜੁਰੇ। ਵੱਡੇ ਭਾਗਾਂ ਵਾਲੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਲਾਹੇ ਪ੍ਰਾਪਤ ਕਰਦੇ ਹਨ। ਰਾਗੀ ਸਿੰਘ ਸ਼ਬਦ ਪੜ੍ਹ ਰਹੇ ਸਨ। ਬਿਨ ਭਾਗਾਂ ਸਤ ਸੰਗ ਨਾ ਲੱਭੈ ਬਿਨ ਸੰਗਤ ਮੈਲ ਭਰੀਜੈ ਜੀਓ। ਕਿਸਮਤ ਚੰਗੀ ਹੋਵੇ ਭਾਗ ਚੰਗੇ ਹੋਣ ਫਿਰ ਸਤਸੰਗ ਕਰਨ ਦਾ ਮੌਕਾ ਮਿਲਦਾ ਹੈ। ਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਆਪ ਜੀ ਆਪਣੇ ਸਵਾਸਾਂ ਨੂੰ ਸਫਲੀਆਂ ਕਰ ਰਹੇ ਹੋ। ਆਓ ਕੁਝ ਸਮਾਂ ਗੁਰੂ ਘਰ ਦਾ ਪਵਿੱਤਰ ਇਤਿਹਾਸ ਸਤਿਗੁਰੂ ਜੀ ਦੀ ਮਹਾਨ ਪਵਿੱਤਰ ਕਥਾ ਆਪਾਂ ਨੇ ਸਰਵਣ ਕਰਨੀ ਹੈ। ਸਭ ਸੰਗਤ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਮਾਤਾ ਦਮੋਦਰੀ ਜੀ, ਬੀਬੀ ਰਾਮੋ ਜੀ, ਭਾਈ ਸਾਈਂ ਦਾਸ ਜੀ ਔਰ ਮਾਤਾ ਦਮੋਦਰੀ ਜੀ ਦੇ ਮਾਤਾ ਪਿਤਾ ਬਾਬਾ ਨਰਾਇਣ ਦਾਸ, ਮਾਤਾ ਦਇਆ ਕੌਰ,
ਪੰਜ ਜੀਆਂ ਨੇ ਸਰੀਰ ਤਿਆਗਿਆ। ਗੁਰੂ ਜੀ ਇਕੱਲੇ ਬੈਠੇ ਇਕਾਂਤ ਵਿੱਚ। ਮਹਾਰਾਜ ਜੀ ਨੇ ਫੁਰਨਾ ਬਣਾਇਆ। ਆਉਣ ਵਾਲਾ ਸਮਾਂ ਗੁਰੂ ਜੀ ਨੇ ਜਾਣਿਆ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਜੰਗ ਯੁੱਧ ਕਰਨੇ ਪੈਣੇ ਹਨ। ਇਸ ਕਰਕੇ ਪਰਿਵਾਰ ਤੋਂ ਵੱਖਰੇ ਹੋ ਜਾਈਏ। ਦਾਸ ਨੇ ਅੱਗੇ ਵੀ ਕਈ ਵਾਰੀ ਇੱਕ ਬੇਨਤੀ ਕੀਤੀ ਹੈ, ਮਹਾਤਮਾ ਪੁਰਸ਼ਾਂ ਦੇ ਪਰਿਵਾਰ ਦੇ ਵਿੱਚ ਪੈਦਾ ਹੋਣਾ, ਗੁਰੂ ਸਾਹਿਬ ਮਹਾਰਾਜ ਜੀ ਦੇ ਨਾਲ ਰਿਸ਼ਤੇਦਾਰੀ ਪੈਣੀ। ਪਰ ਜਿਵੇਂ ਆਮ ਬੰਦਾ ਇੱਕ ਪਰਿਵਾਰ ਵਿੱਚ ਰਹਿੰਦਾ ਹੈ, ਉਹਨਾਂ ਦਾ ਫਿਰ ਜੀਵਨ ਵੱਖ ਹੋ ਜਾਂਦਾ ਹੈ। ਆਪਣੇ ਪਰਿਵਾਰ ਨੂੰ ਮਹਾਰਾਜ ਨੇ ਦੂਰ ਭੇਜਣ ਦਾ ਫੁਰਨਾ ਬਣਾਇਆ, ਖੁੱਲ੍ਹੀ ਥਾਂ ਉੱਤੇ ਜੰਗ ਕਰਨ ਦਾ ਫੁਰਨਾ ਬਣਾਇਆ। ਅਜੇ ਕਿ ਉਸ ਸਮੇਂ ਜੰਗ ਦੀ ਕੋਈ ਵੀ ਗੱਲ ਨਹੀਂ ਸੀ, ਪਰ ਮਹਾਰਾਜ ਨੂੰ ਆਉਣ ਵਾਲੇ ਸਮੇਂ ਦਾ ਪਤਾ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਬਾਬਾ ਗੁਰਦਿੱਤਾ ਜੀ ਨੂੰ ਸੱਦਿਆ। ਬਾਬਾ ਗੁਰਦਿੱਤਾ ਜੀ ਨੂੰ ਮਹਾਰਾਜ ਕਹਿਣ ਲੱਗੇ, ਬਾਬਾ ਗੁਰਦਿੱਤਾ ਜੀ ਨੂੰ, ਕਿ ਅਸੀਂ ਹੁਣ ਜੰਗ ਯੁੱਧ ਕਰਨੇ ਆ। ਤੁਸੀਂ ਪਰਿਵਾਰ ਨੂੰ ਲੈ ਕੇ ਕਰਤਾਰਪੁਰ ਸਾਹਿਬ ਜੀ ਦੀ ਧਰਤੀ 'ਤੇ ਚਲੇ ਜਾਓ। ਰਣ ਦੇਖ ਸੂਰੇ ਚਿੱਤ ਉਲਾਸ। ਸਾਧ ਸੰਗਤ ਜੀ, ਜਦੋਂ ਸੂਰਮੇ ਯੋਧੇ ਜੰਗ ਬਾਰੇ ਸੁਣਦੇ ਆ ਨਾ, ਉਹਨਾਂ ਦੇ ਚਿੱਤ ਵਿੱਚ ਖੁਸ਼ੀ ਪੈਦਾ ਹੁੰਦੀ ਹੈ। ਸੂਰਮਿਆਂ ਦੀ ਗਤੀ ਨੂੰ ਸੂਰਮੇ ਜਾਣਦੇ ਆ, ਸੂਰਮੇ ਖਹਿ ਕੇ ਚੱਲਦੇ ਆ। ਬਾਬਾ ਗੁਰਦਿੱਤਾ ਜੀ ਨੇ ਸੱਚੇ ਪਾਤਸ਼ਾਹ ਮਹਾਰਾਜ ਨੂੰ ਬੇਨਤੀ ਕੀਤੀ, ਮਹਾਰਾਜ ਜਦੋਂ ਜੰਗ ਹੋਵੇਗਾ 3 ਦਿਨ ਪਹਿਲਾਂ ਮੈਨੂੰ ਸੱਦਾ ਭੇਜਿਓ। ਮੈਂ ਅੱਜ ਤੱਕ ਜੰਗ ਵਿੱਚ ਆਪ ਜੀ ਦੀ ਸੇਵਾ ਨਹੀਂ ਕੀਤੀ, ਮੈਂ ਵੀ ਸੇਵਾ ਕਰਨੀ ਚਾਹੁੰਦਾ। ਮਹਾਰਾਜ ਕਹਿਣ ਲੱਗੇ, ਗੁਰਦਿੱਤਾ ਜੀ ਫਿਰ ਸਮਾਂ ਆਏਗਾ, ਇੱਕ ਜੰਗ ਤੁਸੀਂ ਵੀ ਦੇਖੋਗੇ। ਇਹ ਬਚਨ ਮਹਾਰਾਜ ਨੇ ਬਾਬਾ ਗੁਰਦਿੱਤਾ ਜੀ ਦੇ ਨਾਲ ਕੀਤਾ। ਆਪਣਾ ਸਾਰਾ ਪਰਿਵਾਰ ਤੋਰ ਦਿੱਤਾ। ਤੁਰਦਿਆਂ ਪਰਿਵਾਰ ਨੂੰ ਬਾਬਾ ਸਾਈਂ ਦਾਸ ਜੀ ਦਾ ਚੇਤਾ ਆ ਰਿਹਾ, ਬੀਬੀ ਰਾਮੋ ਜੀ ਦਾ ਚੇਤਾ ਆ ਰਿਹਾ ਹੈ, ਤੇ ਬਾਬਾ ਗੁਰਦਿੱਤਾ ਜੀ ਨੂੰ ਆਪਣੇ ਮਾਤਾ ਜੀ ਮਾਤਾ ਦਮੋਦਰੀ ਜੀ ਦਾ ਵੀ ਚੇਤਾ ਆ ਰਿਹਾ ਹੈ। ਮਾਂ ਦਾ ਜ਼ਿੰਦਗੀ ਦੇ ਵਿੱਚ ਬੜਾ ਵੱਡਾ ਰੋਲ ਹੈ। ਭਾਗਾਂ ਵਾਲੇ ਉਹ ਹੁੰਦੇ ਆ ਜਿਨ੍ਹਾਂ ਕੋਲ ਮਾਵਾਂ ਨੇ, ਤੇ ਜਿਨ੍ਹਾਂ ਦੇ ਕੋਲ ਮਾਵਾਂ ਨੇ ਨਾ, ਉਹ ਫਿਰ ਰੱਜ ਕੇ ਆਪਣੀ ਮਾਂ ਦੀ ਸੇਵਾ ਕਰਿਆ ਕਰੋ। ਕਿਉਂ? ਜਨਮ ਤੋਂ ਪਹਿਲਾਂ ਮਾਂ ਨਾਲ ਸਾਂਝ ਪੈਂਦੀ ਹੈ, ਤੇ ਮਾਂ ਕਿਵੇਂ ਬੱਚੇ ਨੂੰ ਸਾਂਭ ਕੇ ਰੱਖਦੀ ਹੈ, ਇੱਕ ਵਿਲੱਖਣ ਕਥਾ ਹੈ। ਗੁਰਬਾਣੀ ਦੇ ਵਿੱਚ ਮਾਂ ਦੇ ਪਿਆਰ ਦਾ ਜ਼ਿਕਰ ਸੱਚੇ ਪਾਤਸ਼ਾਹ ਬਾਰ-ਬਾਰ ਕਰਦੇ ਜੀ। ਮਾਤਾ ਦਮੋਦਰੀ ਜੀ ਦਾ ਚੇਤਾ ਆਇਆ, ਉਹ ਤੁਸੀਂ ਕਥਾ ਸੁਣੀ। ਸਾਰਾ ਪਰਿਵਾਰ ਕਰਤਾਰਪੁਰ ਸਾਹਿਬ ਪਹੁੰਚ ਗਿਆ। ਪਰਿਵਾਰ ਨੂੰ ਤੋਰ ਕੇ, ਦੀਵਾਨ ਲਾ ਕੇ, ਸ਼ਾਮ ਨੂੰ ਸੋਧਰ ਦਾ ਪਾਠ ਕਰਕੇ 6ਵੇਂ ਪਾਤਸ਼ਾਹ ਵਾਪਸ ਘਰ ਵਿੱਚ ਜਦੋਂ ਆਏ ਨਾ, ਤੇ ਗੁਰੂ ਜੀ ਆ ਕੇ ਪਲੰਘੇ ਤੇ ਬੈਠੇ ਜੀ, ਤੇ ਮਹਾਰਾਜ ਨੂੰ ਬਾਬਾ ਸਾਈਂ ਦਾਸ ਜੀ ਦਾ ਚੇਤਾ ਆਵੇ ਜੀ, ਬੀਬੀ ਰਾਮੋ ਜੀ ਦਾ ਚੇਤਾ ਆਵੇ। ਮਹਾਰਾਜ ਵੇਖਣ ਅੱਗੇ ਘਰ ਦੇ ਵਿੱਚ ਜਦੋਂ ਆਈਦਾ ਸੀ, ਪ੍ਰਵੇਸ਼ ਹੋਈਦਾ ਸੀ, ਤੇ ਬਾਬਾ ਸਾਈਂ ਦਾਸ ਅੱਗੇ ਖਲੋ ਕੇ ਮੱਥਾ ਟੇਕਦੇ ਸੀ। ਅੱਜ ਮੱਥਾ ਟੇਕਣ ਵਾਲਾ ਕੋਈ ਨਹੀਂ ਸੀ ਹੈਗਾ ਜੀ। ਜਦੋਂ ਮਹਾਰਾਜ ਨੇ ਆ ਕੇ ਪਲੰਘੇ ਤੇ ਬੈਠਣਾ, ਤਖਤ ਤੇ ਬੈਠਣਾ, ਆਸਣਾ ਤੇ ਬੈਠਣਾ, ਤੇ ਬੇਬੇ ਰਾਮੋ ਜੀ ਨੇ ਉਸੇ ਵੇਲੇ ਪੱਖਾ ਲੈ ਆਉਣਾ ਤੇ ਪੱਖਾ ਝੱਲਣਾ। ਅੱਜ ਪੱਖਾ ਝੱਲਣ ਵਾਲਾ ਕੋਈ ਨਹੀਂ ਸੀ। ਉਹਨਾਂ ਦੀ ਸੇਵਾ ਮਹਾਰਾਜ ਸੱਚੇ ਪਾਤਸ਼ਾਹ ਬਾਰ-ਬਾਰ ਚੇਤਾ ਕਰਦੇ, ਬਾਰ-ਬਾਰ ਉਹਨਾਂ ਦੀ ਸੇਵਾ ਚੇਤਾ ਕਰਦੇ ਜੀ। ਪਰਿਵਾਰ ਦਾ ਵੀ ਕੋਈ ਜੀਅ ਨਹੀਂ ਸੀਗਾ ਕੋਲ। ਜੇ ਕੋਈ ਕੋਲ ਖਲੋਤਾ
ਤੇ ਬਾਬਾ ਬਿਧੀ ਚੰਦ ਜੀ ਖਲੋਤੇ ਜੀ। ਸਾਈਂ ਦਾਸ ਜੀ ਦਾ ਯਾਦ ਚੇਤਾ ਆਇਆ, ਬੀਬੀ ਰਾਮੋ ਜੀ ਦਾ ਚੇਤਾ ਆਇਆ। ਛੇਵੇਂ ਪਾਤਸ਼ਾਹ ਦੇ ਨੇਤਰਾਂ ਵਿੱਚੋਂ ਜਲ ਵਹਿਣ ਲੱਗ ਪਿਆ ਜੀ। ਗੁਰੂ ਜੀ ਦੇ ਨੇਤਰਾਂ 'ਚੋਂ ਜਲ ਵਹਿਣ ਲੱਗ ਪਿਆ। ਕੱਲ ਵੀ ਇੱਕ ਬੇਨਤੀ ਕੀਤੀ ਸੀ ਸੰਗਤ ਜੀ, ਜਦੋਂ ਕੋਈ ਤੁਰ ਜਾਂਦਾ ਹੈ ਨਾ, ਉਦੋਂ ਉਹਦੀ ਵੈਲਿਊ ਦਾ, ਉਹਦੇ ਗੁਣਾਂ ਦਾ ਉਦੋਂ ਹੀ ਪਤਾ ਲੱਗਦਾ ਹੈ, ਪਹਿਲਾਂ ਨਹੀਂ ਪਤਾ ਲੱਗਦਾ। ਤੁਰਨ ਤੋਂ ਬਾਅਦ ਪਤਾ ਲੱਗਦਾ ਹੈ। ਬਾਬਾ ਸਾਈਂ ਦਾਸ ਜੀ ਦਾ ਚੇਤਾ ਆਇਆ, ਬੀਬੀ ਰਾਮੋ ਜੀ ਦਾ ਚੇਤਾ ਆਇਆ, ਉਹਨਾਂ ਦੀ ਸੇਵਾ ਚੇਤੇ ਆਈ, ਨੇਤਰਾਂ 'ਚ ਜਲ ਆ ਗਿਆ ਤੇ ਬਾਕ ਵਿਰਾਗ ਸਮੇਤ ਉਚਾਰਾ। ਬਾਬਾ ਬਿਧੀ ਚੰਦ ਜੀ ਤੇ ਗੁਰੂ ਹਰਗੋਬਿੰਦ ਸਾਹਿਬ ਇਕੱਲੇ ਕਮਰੇ ਵਿੱਚ ਨੇ। ਬਾਬਾ ਬਿਧੀ ਚੰਦ ਹੱਥ ਜੋੜ ਕੇ ਖਲੋਤੇ ਹੈ। ਜਿੰਨੀਆਂ ਫੌਜਾਂ ਨੇ, ਸਿੱਖ ਨੇ, ਸਾਰੇ ਬਾਹਰ ਆਪੋ ਆਪਣੇ ਪੜਾਵਾਂ 'ਤੇ ਨੇ ਜੀ। ਹੁਣ ਘਰ ਤੇ ਸਾਈਂ ਦਾਸ ਜੀ ਦਾ ਸੀਗਾ ਨਾ ਜੀ, ਤੇ ਸਾਈਂ ਦਾਸ ਜੀ ਆਪ ਤੇ ਸਰੀਰ ਤਿਆਗ ਚੁੱਕੇ ਆ, ਸੰਤਾਨ ਉਹਨਾਂ ਦੀ ਹੈ ਕੋਈ ਨਹੀਂ। ਹੁਣ ਕੌਣ ਹੈ ਸੇਵਾ ਕਰਨ ਵਾਲਾ? ਬੈਰਾਗ ਦੇ ਵਿੱਚ ਆ ਕੇ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ, ਦੇਖੋ ਜਗਤ ਸਨੇਹ ਕੀ ਚਾਲੀ, ਇੱਕ ਦਿਨ ਭਰੇ ਇੱਕ ਦਿਨ ਖਾਲੀ। ਮਹਾਰਾਜ ਕਹਿੰਦੇ ਬਿਧੀ ਚੰਦ ਵੇਖ ਜਗਤ ਦੀ ਚਾਲ। ਕੱਲ ਇੱਥੇ ਸਾਰਾ ਪਰਿਵਾਰ ਇਕੱਠਾ ਸੀ, ਕੱਲ ਇਹ ਘਰ ਭਰਿਆ ਸੀ, ਅੱਜ ਖਾਲੀ ਹੋ ਗਿਆ। ਕਬ ਹੂੰ ਹਰੇ ਸ਼ੁਸ਼ਕ ਕਬ ਜਾਵਹਿ, ਕਬ ਹੂੰ ਜਨਮ ਕਬ ਹੂੰ ਬਿਨਸਾਵਹਿ। ਕਦੀ ਇੱਥੇ ਜਨਮ ਦੇ ਚਾਅ ਹੁੰਦੇ ਤੇ ਕਦੀ ਮੌਤ ਦਾ ਵੈਰਾਗ ਹੋ ਜਾਂਦਾ, ਕਦੀ ਮੇਲ ਮਿਲਾਪ ਹੁੰਦਾ ਤੇ ਕਦੀ ਵਿਛੋੜਾ ਹੋ ਜਾਂਦਾ, ਕਦੀ ਸੰਕਟ ਹੋ ਜਾਂਦਾ ਤੇ ਕਦੀ ਆਨੰਦ ਬਣ ਜਾਂਦਾ। ਮਹਾਰਾਜ ਕਹਿੰਦੇ ਬਿਧੀ ਚੰਦ, ਸਾਨੂੰ ਇਸ ਘਰ 'ਚ ਸਾਈਂ ਦਾਸ ਨਹੀਂ ਨਜ਼ਰ ਆ ਰਿਹਾ, ਬੀਬੀ ਰਾਮੋ ਨਹੀਂ ਨਜ਼ਰ ਆ ਰਹੀ। ਉਹਨਾਂ ਦੇ ਪਿਆਰ ਦੇ ਖਿੱਚੇ ਇੱਥੇ ਆਏ ਸਾਂ। ਜੇ ਅੱਜ ਸਰੀਰ ਕਰਕੇ ਹੁੰਦੇ ਤੇ ਜਦੋਂ ਅਸੀਂ ਆਉਣਾ ਤੇ ਦੋਵਾਂ ਨੇ ਮੱਥਾ ਟੇਕਣਾ ਸੀ, ਚਾਅ ਨਾਲ ਸੇਵਾ ਕਰਨੀ ਸੀ, ਪਰ ਅੱਜ ਉਹ ਸਾਡੇ ਸਾਹਮਣੇ ਨਹੀਂ ਹੈਗੇ। ਮਹਾਰਾਜ ਕਹਿੰਦੇ ਬਿਧੀ ਚੰਦ, ਹੁਣ ਸਾਡਾ ਇੱਥੇ ਰਹਿਣ ਨੂੰ ਜੀ ਨਹੀਂ ਕਰਦਾ। ਗੱਜ ਕੇ ਆਖੋ ਵਾਹਿਗੁਰੂ। ਪਿਆਰ ਵਾਲਿਆਂ ਦੀ ਖੇਡ ਨਿਰਾਲੀ ਹੁੰਦੀ ਸੰਗਤ ਜੀ। ਖੁਦ ਗੁਰੂ ਸਾਹਿਬ ਬੈਰਾਗੀ ਹੋ ਗਏ ਬਾਬਾ ਸਾਈਂ ਦਾਸ ਜੀ ਦਾ ਪ੍ਰੇਮ ਵੇਖ ਕੇ। ਪ੍ਰੇਮ ਜਿਨ੍ਹਾਂ ਵਿੱਚ ਬਿਲਕੁਲ ਸਾਂਝ ਨਹੀਂ ਨਾ ਹੁੰਦੀ, ਪ੍ਰੇਮ ਉਹਨਾਂ ਦੇ ਵਿੱਚ ਸਾਂਝ ਪੈਦਾ ਕਰ ਦਿੰਦਾ ਹੈ। ਪ੍ਰੇਮ ਖਾਲੀ ਹਿਰਦਿਆਂ ਨੂੰ ਭਰ ਦਿੰਦਾ ਹੈ। ਪ੍ਰੇਮ ਅੰਦਰ ਆਨੰਦ ਭਰਨ ਵਾਲਾ ਹੈ। ਬਾਬਾ ਸਾਈਂ ਦਾਸ ਜੀ ਨਾਲ ਪ੍ਰੇਮ ਮਹਾਰਾਜ ਸੱਚੇ ਪਾਤਸ਼ਾਹ ਦਾ। ਬੈਰਾਗ ਵਿੱਚ ਗੁਰੂ ਜੀ ਨੇ ਬਚਨ ਕੀਤਾ, ਬਿਧੀ ਚੰਦ ਜੀ ਬਸਬੋ ਇਸ ਥਲ ਮੋਹੇ ਨਾ ਭਾਵੈ। ਇਸ ਜਗ੍ਹਾ ਰਹਿਣਾ ਹੁਣ ਮੈਨੂੰ ਚੰਗਾ ਨਹੀਂ ਲੱਗਦਾ, ਪਿਆਰੇ ਦਾ ਚੇਤਾ ਆਉਂਦਾ ਹੈ। ਕੱਲ ਵੀ ਇੱਕ ਬੇਨਤੀ ਕੀਤੀ ਸੀ, ਅੱਜ ਫਿਰ ਆਰੰਭਤਾ ਤੇ ਬੇਨਤੀ ਕਰ ਦਿੰਦਾ, ਕਿਉਂਕਿ ਇਹੋ ਜਿਹੀਆਂ ਗੱਲਾਂ ਤੇ ਨਾ ਜ਼ਬਰਦਸਤੀ ਬੰਦੇ ਦੇ ਮਨ ਵਿੱਚ ਸ਼ੰਕਾ ਪੈਦਾ ਹੋ ਜਾਂਦਾ ਵੀ ਗੁਰੂ ਸਾਹਿਬ ਵੀ ਆਮ ਵਿਅਕਤੀਆਂ ਵਾਂਗੂ ਬੈਰਾਗ ਕਰਨ ਦੇ। ਕਿਸੇ ਦਾ ਕੋਈ ਘਰ ਦੇ ਵਿੱਚ ਪਿਆਰਾ ਸਰੀਰ ਚਲਾਣਾ ਕਰ ਜਾਵੇ ਤੇ ਗੁਰੂ ਸਾਹਿਬ ਵਾਹਿਗੁਰੂ ਉਹ ਆਮ ਬੰਦਾ ਬੈਰਾਗ ਕਰਦਾ ਤੇ ਮਹਾਰਾਜ ਵੀ ਬੈਰਾਗ ਕਰਨ ਦੇ। ਪਰ ਪਿਆਰਿਓ, ਆਮ ਬੰਦਿਆਂ ਦੇ ਜਾਣ ਵਿੱਚ ਤੇ ਸਾਈਂ ਦਾਸ ਜੀ ਦੇ ਜਾਣ ਵਿੱਚ ਬੜਾ ਫਰਕ ਹੈ। ਸਾਈਂ ਦਾਸ ਜੀ ਨੇ ਆਪਣਾ ਨਾਮ ਸਫਲਾ ਕੀਤਾ। ਮਾਫ ਕਰਿਓ, ਮਾਤਾ ਦਮੋਦਰੀ ਜੀ ਨੇ ਵੀ ਸਰੀਰ ਤਿਆਗਿਆ, ਪਰ ਇਹ ਤਾਂ ਖੁੱਲ੍ਹੇ ਤੌਰ 'ਤੇ ਮਹਾਰਾਜ ਮਾਤਾ ਦਮੋਦਰੀ ਜੀ ਦੇ ਗੁਣ ਨਹੀਂ ਦੱਸ ਰਹੇ, ਜਿੰਨੇ ਖੁੱਲ੍ਹੇ ਤੌਰ 'ਤੇ ਸਾਈਂ ਦਾਸ ਜੀ ਦੇ ਗੁਣ ਦੱਸ ਰਹੇ ਨੇ। ਸਾਈਂ ਦਾਸ ਜੀ ਨੇ ਨਾਮ ਸਫਲਾ ਕੀਤਾ। ਜਦੋਂ ਗੁਰਬਾਣੀ 'ਚ ਸਾਈਂ ਸ਼ਬਦ ਆਉਂਦਾ ਹੈ ਨਾ, ਤੇ ਕਈਆਂ ਦਾ ਧਿਆਨ ਫਿਰ ਸ਼ਿਰਡੀ ਵਾਲੇ ਸਾਈਂ ਬਾਬਾ ਜੀ ਵੱਲ ਚਲੇ ਜਾਂਦਾ।
ਬਹੁਤ ਸਾਰਿਆਂ ਨੂੰ ਸਾਈਂ ਦਾ ਅਰਥ ਹੀ ਨਹੀਂ ਪਤਾ ਜੀ। ਕਈ ਸਿੱਖ ਵੀ ਕਹਿੰਦੇ ਵੀ ਵੇਖੋ ਉਹਨਾਂ ਦਾ ਜ਼ਿਕਰ ਹੈ ਬਾਣੀ 'ਚ। ਨਹੀਂ ਪਿਆਰਿਓ, ਸਾਈਂ ਦਾ ਅਰਥ ਹੁੰਦਾ ਮਾਲਕ। ਸਾਈਂ ਮਾਲਕ ਨੂੰ ਕਹਿੰਦੇ ਆ, ਤੇ ਸਾਈਂ ਦਾਸ ਦਾ ਅਰਥ ਹੈ ਮਾਲਕ ਦਾ ਨੌਕਰ। ਤੇ ਬਾਬਾ ਸਾਈਂ ਦਾਸ ਜੀ ਦਾ ਨਾਮ ਹੀ ਨਹੀਂ ਸਾਈਂ ਦਾਸ। ਬਾਬਾ ਸਾਈਂ ਦਾਸ ਜੀ ਸਾਈਂ ਦਾਸ ਬਣ ਕੇ ਵੀ ਵਿਖਾਇਆ ਜੀ। ਗੁਰੂ ਹਰਗੋਬਿੰਦ ਸਾਹਿਬ ਮਾਲਕ ਤੇ ਬਾਬਾ ਸਾਈਂ ਦਾਸ ਜੀ ਨੌਕਰ ਹੈ। ਜੀ ਕਰਦਾ ਬਾਬਾ ਸਾਈਂ ਦਾਸ ਜੀ ਦੇ ਬਚਨ ਕਰੀ ਜਾਈਏ, ਕਰੀ ਜਾਈਏ। ਕਿਉਂ? ਉਹਨਾਂ ਨੇ ਰੱਜ ਰੱਜ ਕੇ ਪਿਆਰ ਕੀਤਾ, ਔਰ ਜਿਹੜਾ ਉਹਨਾਂ ਦੀ ਕਥਾ ਸੁਣਦਾ ਉਹਨੂੰ ਪਿਆਰ ਦੀ ਦਾਤ ਮਿਲਦੀ ਹੈ। ਉਹਨੂੰ ਪਿਆਰ ਦੀ ਦਾਤ ਮਿਲਦੀ ਹੈ। ਗੁਰਬਾਣੀ 'ਚ ਬਹੁਤ ਥਾਵਾਂ ਤੇ ਪ੍ਰੇਮ ਸ਼ਬਦ ਆਇਆ। ਸਾਧ ਸੰਗਤ ਜੀ, ਪ੍ਰੇਮ ਸ਼ਬਦ ਆਇਆ, ਸਾਈਂ ਸ਼ਬਦ ਆਇਆ, ਦਾਸ ਸ਼ਬਦ ਆਇਆ। ਪਰ ਪ੍ਰੇਮ, ਸਾਈਂ ਤੇ ਦਾਸ, ਇਕੱਲੇ ਹੀ ਬਾਬੇ ਸਾਈਂ ਦਾਸ ਵਿੱਚ ਤਿੰਨੋਂ ਸ਼ਬਦ ਮਿਲ ਜਾਂਦੇ ਜੀ। ਕਿਵੇਂ ਘਰ ਬਣਾ ਕੇ ਬੈਠੇ ਰਹਿਣਾ, ਦਰਵਾਜ਼ੇ ਦੇ ਅੱਗੇ ਬਹਿ ਗਏ ਤੇ ਅਰਦਾਸਾਂ ਕਰੀ ਜਾਣ, ਮਿਲ ਮੇਰੇ ਪ੍ਰੀਤਮ ਪਿਆਰਿਆ, ਮਿਲ ਮੇਰੇ ਪ੍ਰੀਤਮ ਪਿਆਰਿਆ, ਮਿਲ ਮੇਰੇ ਪ੍ਰੀਤਮ ਪਿਆਰਿਆ। ਅੱਜ ਵੀ ਕਹਿੰਦੇ ਡਰੌਲੀ ਵਿੱਚ ਜੇ ਕਿਸੇ ਦਾ ਘਰ ਉੱਚਾ ਤੇ ਬਾਬੇ ਸਾਈਂ ਦਾਸ ਜੀ ਦਾ ਹੀ ਘਰ ਉੱਚਾ, ਬਾਕੀ ਸਾਰੇ ਘਰ ਨੀਵੇਂ ਨੇ। ਸੋ ਬੜਾ ਗੁਰਸਿੱਖਾਂ ਦਾ ਪਿਆਰ ਆਪਣੇ ਗੁਰੂ ਜੀ ਦੇ ਨਾਲ ਵਿਲੱਖਣ ਹੈ। ਜਿਹੜਾ ਰਿਸ਼ਤੇਦਾਰੀਆਂ ਦਾ ਪਿਆਰ ਨਹੀਂ ਹੁੰਦਾ, ਕੋਈ ਸਾਂਢੂ ਇਹੋ ਜਿਹਾ ਨਹੀਂ ਹੋ ਸਕਦਾ ਜਿਹੋ ਜਿਹੇ ਬਾਬਾ ਸਾਈਂ ਦਾਸ ਜੀ ਹਨ ਜੀ। ਤੇ ਚੇਤਾ ਰੱਖਿਓ, ਜੇ ਬਾਬਾ ਸਾਈਂ ਦਾਸ ਜੀ ਸਾਂਢੂ ਬਣ ਕੇ ਰਹਿੰਦੇ ਨਾ, ਅੱਜ ਗੁਰੂ ਘਰਾਂ ਵਿੱਚ ਉਹਨਾਂ ਦੇ ਸੋਹਲੇ ਨਹੀਂ ਸੀ ਗਾਏ ਜਾਣੇ ਜੀ। ਉਹਨਾਂ ਨੇ ਸਾਂਢੂ ਬਣ ਕੇ ਰਹਿਣਾ ਸੀਗਾ। ਗੁਰੂ ਹਰਗੋਬਿੰਦ ਸਾਹਿਬ ਨੂੰ ਸਾਂਢੂ ਸਮਝਣਾ ਸੀ, ਪਰ ਬਾਬਾ ਸਾਈਂ ਦਾਸ ਸਾਂਢੂ ਨਹੀਂ ਸਮਝਦੇ ਜੀ। ਭਾਈ ਵੀਰ ਸਿੰਘ ਜੀ ਦੀ ਮੈਂ ਸ਼੍ਰੀ ਅਸ਼ਟਗੁਰ ਚਮਤਕਾਰ, 8 ਗੁਰੂਆਂ ਦਾ ਜੀਵਨ ਭਾਈ ਵੀਰ ਸਿੰਘ ਜੀ ਨੇ ਲਿਖਿਆ। ਉਹਨਾਂ ਦਾ ਮੈਂ ਸਾਈਂ ਦਾਸ ਜੀ ਦਾ ਜ਼ਿਕਰ ਪੜ੍ਹ ਰਿਹਾ ਸਾਂ। ਨਿੱਕੀ ਜਿਹੀ ਘਟਨਾ ਹੈ, ਉਹ ਕਹਿ ਕੇ ਆਪਾਂ ਅੱਗੇ ਕਥਾ ਸੁਣਾਂਗੇ। ਉਹ ਲਿਖਦੇ ਕਿ ਬਾਬਾ ਸਾਈਂ ਦਾਸ ਜੀ ਡੱਲੇ ਸਨ। ਉਦੋਂ ਡੱਲੇ ਬੜਾ ਸਮਾਂ ਨਾ ਬਾਬਾ ਸਾਈਂ ਦਾਸ ਜੀ ਡੱਲੇ ਰਹੇ ਜੀ। ਸੁਲਤਾਨਪੁਰ ਲੋਧੀ ਤੋਂ ਅੱਗੇ ਜਿਹੜਾ ਡੱਲਾ ਹੈ, ਉੱਥੇ ਡੱਲੇ ਰਹੇ ਸਨ। ਆਪਣੇ ਸਹੁਰੇ ਘਰ ਰਹੇ ਸਨ ਜੀ। ਉੱਥੋਂ ਹੀ ਤੇ ਰੰਗ ਲੱਗਿਆ ਸੀਗਾ। ਡੱਲੇ ਦੇ ਵਿੱਚ 72 ਬ੍ਰਹਮ ਗਿਆਨੀ ਸਨ ਜੀ। ਉੱਥੋਂ ਰੰਗ ਲੱਗਾ ਜੀ। ਤੇ ਹੈ ਇਹ ਡਰੌਲੀ ਦੇ ਹੀ। ਥੋੜ੍ਹਾ ਜਿਹਾ ਕੰਫਿਊਜ਼ਨ ਹੋ ਜਾਂਦਾ ਸੁਣਨ ਵਾਲਿਆਂ ਨੂੰ, ਕਿਉਂਕਿ ਡੱਲਾ, ਡਰੌਲੀ ਇਹ ਮਿਲਦੇ ਜੁਲਦੇ ਸ਼ਬਦ ਨੇ। ਸੰਗਤ ਕੀਤੀ ਡੱਲੇ ਪਿੰਡ ਵਿੱਚ, ਆਪਣੇ ਸਹੁਰੇ ਪਿੰਡ ਵਿੱਚ ਸਾਈਂ ਦਾਸ ਜੀ ਨੇ ਗੁਰਸਿੱਖਾਂ ਦੀ ਸੰਗਤ ਕੀਤੀ ਤੇ ਗੁਰੂ ਸਾਹਿਬ ਨਾਲ ਪਿਆਰ ਹੋ ਗਿਆ ਜੀ। ਭਾਈ ਵੀਰ ਸਿੰਘ ਜੀ ਲਿਖਦੇ, ਸਮਾਧੀ ਲਾ ਕੇ ਬਹਿ ਜਾਣਾ, ਅੱਖਾਂ ਬੰਦ ਕਰ ਲੈਣੀਆਂ ਤੇ ਗੁਰੂ ਜੀ ਦਾ ਧਿਆਨ ਧਾਰ ਲੈਣਾ। ਤੇ ਜਦੋਂ ਧਿਆਨ ਟਿਕ ਜਾਵੇ ਨਾ, ਫਿਰ ਸਮੇਂ ਦਾ ਨਹੀਂ ਪਤਾ ਲੱਗਦਾ। ਦੇਸ਼ ਕਾਲ ਵਸਤੂ ਚੋਂ ਬੰਦਾ ਨਿਕਲ ਜਾਂਦਾ ਹੈ ਜਦੋਂ ਧਿਆਨੀ ਬਣ ਜਾਂਦਾ ਹੈ। ਧਿਆਨ ਟਿਕਿਆ ਵੀ ਗੁਰੂ ਹਰਗੋਬਿੰਦ ਸਾਹਿਬ ਆਉਣ। ਰਾਤ ਦੇ ਬੈਠੇ, ਦਿਨ ਚੜ੍ਹ ਗਿਆ, ਦੁਪਹਿਰ ਚੜ੍ਹ ਗਈ ਤੇ ਮਹਾਰਾਜ ਨੇ ਅੰਮ੍ਰਿਤਸਰੋਂ ਇੱਕ ਸਿੱਖ ਤੋਰਿਆ ਵੀ ਜਾਓ ਬਾਬੇ ਸਾਈਂ ਦਾਸ ਨੂੰ ਕਹੋ ਗੋਇੰਦਵਾਲ ਪਹੁੰਚ ਰਹੇ ਆ, ਤੁਸੀਂ ਵੀ ਆ ਜਾਓ। ਤੇ ਜਦੋਂ ਇਹ ਸਿੱਖ ਪਹੁੰਚਿਆ ਨਾ, ਦੁਪਹਿਰ ਹੋਈ, ਦੁਪਹਿਰ ਸਿਖਰ ਦੁਪਹਿਰ ਲੱਗੀ, ਧੁੱਪ ਸੀਗੀ ਤੇ ਉੱਤੇ ਰਾਤ ਦਾ ਹੀ ਮੰਜੇ ਤੇ ਬੈਠੇ ਸੀਗੇ। ਅੱਖਾਂ ਬੰਦ ਸਨ, ਰਾਤ ਦੀਆਂ ਅੱਖਾਂ ਹੀ ਨਹੀਂ ਸੀ ਖੁੱਲ੍ਹੀਆਂ। ਤੇ ਸਾਈਂ ਦਾਸ ਜੀ ਉੱਪਰ ਬੈਠੇ ਤੇ ਸਿੱਖ ਗਿਆ ਬੀਬੀ ਰਾਮੋ ਜੀ ਦੇ ਕੋਲ ਵੀ
ਸਾਈਂ ਦਾਸ ਜੀ ਨੂੰ ਗੁਰੂ ਸਾਹਿਬ ਕਹਿ ਰਹੇ ਵੀ ਗੋਇੰਦਵਾਲ ਪਹੁੰਚੋ, ਅਸੀਂ ਪਹੁੰਚਣ ਵਾਲੇ ਹਾਂ। ਤੇ ਬਾਬਾ ਸਾਈਂ ਦਾਸ ਜਿਹਦੇ ਬਾਰੇ ਬੀਬੀ ਰਾਮੋ ਨੇ ਕਿਹਾ ਵੀ ਮੇਰੀ ਨਹੀਂ ਹਿੰਮਤ ਹੈਗੀ ਉਹਨਾਂ ਨੂੰ ਜਗਾਉਣ ਦੀ। ਸਿੱਖਾ ਤੂੰ ਗੁਰੂ ਸਾਹਿਬ ਦੇ ਚਰਨਾਂ 'ਚੋਂ ਆਇਆ, ਤੂੰ ਉਠਾ ਲਾ। ਸਿੱਖ ਨੇ ਦੱਸਿਆ, ਉਸੇ ਵੇਲੇ ਤਿਆਰ ਹੋਏ, ਵੱਡਾ ਪੰਡਾਲ ਲੱਗਾ ਗੋਇੰਦਵਾਲ ਸਾਹਿਬ। ਗੁਰੂ ਸਾਹਿਬ ਬੈਠੇ, ਬਾਹਰ ਜੋੜਿਆਂ ਦੇ ਵਿੱਚੋਂ ਹੀ ਦਰਸ਼ਨ ਹੋ ਗਏ, ਉੱਥੇ ਹੀ ਬਹਿ ਗਏ ਜੀ। ਬੀਬੀ ਰਾਮੋ ਕਹਿਣ ਲੱਗੀ, ਉਹ ਪਹਿਲਾਂ ਤੇ ਬੜੇ ਵਿਲਕਲੇ ਹੀ ਦਰਸ਼ਨਾਂ ਵਾਸਤੇ, ਹੁਣ ਪਹੁੰਚੇ ਉਹ ਤੇ ਲਾਗੇ ਹੀ ਨਹੀਂ ਜਾਣਦੇ। ਤੇ ਸਾਈਂ ਦਾਸ ਜੀ ਪਤਾ ਕੀ ਕਹਿੰਦੇ? ਸਾਈਂ ਦਾਸ ਜੀ ਕਹਿੰਦੇ, ਰਾਮੋ ਉਹ ਸੂਰਜਾਂ ਦੇ ਸੂਰਜ ਨੇ, ਮੇਰੀ ਇੰਨੀ ਹਿੰਮਤ ਨਹੀਂ ਹੈਗੀ ਉਹਨਾਂ ਦੇ ਲਾਗੇ ਜਾ ਕੇ ਬਹਿ ਜਾਵਾਂ। ਮੇਰੀ ਨਹੀਂ ਇੰਨੀ ਹਿੰਮਤ ਹੈਗੀ ਵੀ ਮੈਂ ਮਹਾਰਾਜ ਦੇ ਲਾਗੇ ਜਾ ਕੇ ਬਹਿ ਜਾ। ਕਿੰਨੀ ਸ਼ਰਧਾ ਜੀ, ਮਾਫ ਕਰਿਓ। ਆਮ ਬੰਦੇ ਦੇ ਤੁਸੀਂ ਨੇੜੇ ਰਹੋ, ਹੌਲੀ ਹੌਲੀ ਤੁਹਾਡੀ ਸ਼ਰਧਾ ਉੱਡਦੀ ਜਾਏਗੀ। ਪਰ ਜਿਉਂ ਜਿਉਂ ਸਤਿਗੁਰੂ ਦੇ ਨੇੜੇ ਹੋਵੋਗੇ ਨਾ, ਤਿਉਂ ਤਿਉਂ ਸ਼ਰਧਾ ਵੱਧਦੀ ਜਾਏਗੀ ਜੀ। ਪਿਆਰ ਵਿੱਚ, ਬੈਰਾਗ ਵਿੱਚ ਮਸਤ ਬਾਬਾ ਸਾਈਂ ਦਾਸ ਜੀਵਨ ਸਫਲਾ ਕਰ ਗਏ, ਨਾਮ ਸਫਲਾ ਕਰ ਗਏ। ਮਹਾਰਾਜ ਕਹਿੰਦੇ ਆ, ਬਸਿਬੋ ਇਸ ਥਲ ਮੋਹੇ ਨਾ ਭਾਵੈ, ਸਾਈਂ ਦਾਸ ਦ੍ਰਿਸ਼ਟ ਨਹਿ ਆਵੈ। ਵਿਧੀ ਚੰਦ, ਮੈਨੂੰ ਸਾਈਂ ਦਾਸ ਨਜ਼ਰੀ ਨਹੀਂ ਆਉਂਦਾ, ਇਸ ਕਰਕੇ ਮੈਨੂੰ ਇੱਥੇ ਰਹਿਣਾ ਚੰਗਾ ਨਹੀਂ ਲੱਗਦਾ। ਆਖੋ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਬਸਿਬੋ ਇਸ ਥਲ ਮੋਹੇ ਨਾ ਭਾਵੈ, ਸਾਈਂ ਦਾਸ ਦ੍ਰਿਸ਼ਟ ਨਹਿ ਆਵੈ, ਰਾਮੋ ਸਹਿਤ ਸੇਵਾ ਕੋ ਠਾਨੈ। ਆਪਣੀ ਪਤਨੀ ਦੇ ਸਮੇਤ ਸੇਵਾ ਕਰਦੇ ਸਨ। ਨਿਤ ਨੂਤਨ ਮਨ ਪ੍ਰੇਮ ਮਹਾਨੇ, ਉਹਦੇ ਮਨ 'ਚ ਤੇ ਨਿਤਾ ਪ੍ਰਤੀ ਪ੍ਰੇਮ ਹੀ ਬਹੁਤ ਸੀ। ਅੱਜ ਸਾਈਂ ਦਾਸ ਇੱਥੇ ਨਹੀਂ ਹੈ, ਅਸੀਂ ਨਹੀਂ ਰਹਿਣਾ। ਭੋਰ ਹੋਤ ਹੀ ਕਰੀਐ ਤਿਆਰੀ, ਅਸ ਮਨਸਾ ਅਬ ਅਹਿ ਹਮਾਰੀ। ਇੱਥੋਂ ਹੁਣ ਕਥਾ ਆਰੰਭ ਹੁੰਦੀ ਹੈ। ਪਿਆਰ ਨਾਲ ਸੁਰਤੀਆਂ ਜੋੜੋ। ਭਾਈ ਕੀ ਡਰੌਲੀ ਉਹ ਕਮਰਾ ਅੱਜ ਵੀ ਉੱਥੋਂ ਦੇ ਗੁਰਮੁਖਾਂ ਪਿਆਰਿਆਂ ਨੇ ਸਾਂਭਿਆ, ਜਿੱਥੇ ਇਹ ਗੱਲਾਂ ਹੋ ਰਹੀਆਂ ਸਨ ਜੀ। ਚਲੋ, ਜਿਹਨੇ ਪੁਰਾਤਨਤਾ ਸਾਂਭੀ ਹੈ ਉਹਨੂੰ ਸ਼ਾਬਾਸ਼ੇ ਵੀ ਹੈ, ਜਿਹਨੇ ਪੁਰਾਤਨਤਾ ਸਾਂਭੀ ਹੈ ਉਹਦੇ ਚਰਨਾਂ 'ਚ ਪ੍ਰਣਾਮ ਵੀ ਹੈ। ਨਹੀਂ ਤੇ ਕਿੱਥੋਂ ਉਹ ਕਮਰੇ ਲੱਭਦੇ? ਹੁਣ ਉਹ ਲੱਭਦੇ ਕਮਰੇ ਜੀ, ਪੱਥਰ ਪ੍ਰਧਾਨ ਹੋ ਗਿਆ, ਪਰ ਉਹ ਕਮਰੇ ਨਹੀਂ ਲੱਭਦੇ ਜੀ। ਅੱਜ ਵੀ ਉਹ ਕਮਰਾ ਉੱਥੇ ਹੈ ਜਿੱਥੇ ਮਹਾਰਾਜ ਨੇ ਇਹ ਬਚਨ ਕੀਤਾ ਜੀ। ਆਓ ਪ੍ਰੇਮ ਨਾਲ ਬਚਨ ਸੁਣੀਏ, ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਭੋਰ ਹੋਤ ਹੀ ਕਰੀਐ ਤਿਆਰੀ। ਮਹਾਰਾਜ ਸੱਚੇ ਪਾਤਸ਼ਾਹ ਬਾਬਾ ਬਿਧੀ ਚੰਦ ਜੀ ਨੂੰ ਕਹਿ ਰਹੇ, ਪਲੰਘੇ ਤੇ ਬੈਠੇ ਆ। ਬਿਧੀ ਚੰਦ ਜੀ ਹੱਥ ਜੋੜ ਕੇ ਸਾਹਮਣੇ ਖਲੋਤੇ ਆ। ਮਹਾਰਾਜ ਕਹਿੰਦੇ, ਸਵੇਰ ਹੁੰਦਿਆਂ ਸਾਰੀ, ਚਿਰ ਨਹੀਂ ਪਾਉਣਾ, ਸਵੇਰੇ ਹੁੰਦਿਆਂ ਹੀ ਇੱਥੋਂ ਤਿਆਰੀ ਕਰੋ ਕਹਿੰਦੇ। ਹਾਂਜੀ, ਅਸ ਮਨਸਾ ਅਬ ਅਹਿ ਹਮਾਰੀ। ਇਹ ਸਾਡੀ ਖਾਹਿਸ਼ ਹੈ। ਇੱਕ ਹੁੰਦਾ ਆਸਾ, ਜਿਹੜਾ ਆਸਾ ਹੈ ਨਾ, ਇਹਦਾ ਅਰਥ ਹੈ ਬੜੇ ਚਿਰ ਦੀ ਇੱਛਾ। ਮਨਸਾ ਹੁੰਦੀ ਹੁਣੇ ਹੁਣੇ ਬਣੀ ਇੱਛਾ। ਮਹਾਰਾਜ ਕਹਿੰਦੇ, ਸਾਡੀ ਹੁਣੇ ਇੱਛਾ ਬਣੀ ਤਾਂ ਆਪਾਂ ਇੰਝ ਹੀ ਕਰਨਾ ਹੈ। ਸੁਨ ਵਿਧੀਏ ਕਰ ਜੋਰ ਉਚਾਰਾ। ਬਾਬਾ ਬਿਧੀ ਚੰਦ ਨੇ ਆਪਣਾ ਮਾਲਕ ਵੇਖਿਆ ਵੀ ਮੇਰੇ ਮਾਲਕ ਸਤਿਗੁਰੂ ਬੈਰਾਗ 'ਚ ਆ ਗਏ ਜੀ। ਤੇ ਬਾਬਾ ਬਿਧੀ ਚੰਦ ਜੀ ਨੇ ਵੀ ਹੱਥ ਜੋੜੇ, ਹੱਥ ਜੋੜ ਕੇ ਬੇਨਤੀ ਕੀਤੀ, ਦ੍ਰਿਸ਼ਟ ਪਰਤ ਇਹ ਧੁੰਦ ਪਸਾਰਾ। ਮਹਾਰਾਜ ਆਪ ਜੀ ਦਾ ਬਚਨ ਸੱਚ ਹੈ। ਇਹ ਸੰਸਾਰ ਦਾ ਪਸਾਰਾ ਧੁੰਦ ਵਰਗਾ ਹੀ ਨਜ਼ਰ ਆਉਂਦਾ ਹੈ ਜੀ। ਧੁੰਦ ਰਹਿੰਦੀ ਸਦਾ ਜੀ? ਨਹੀਂ ਰਹਿੰਦੀ ਜੀ। ਇੱਕ ਰੁੱਤ ਅਨੁਸਾਰ ਆਉਂਦੀ, ਫਿਰ ਚਲੇ ਜਾਂਦੀ ਜੀ। ਸੰਸਾਰ ਦੀ ਰਚਨਾ ਮਹਾਰਾਜ ਧੁੰਦ ਵਰਗੀ ਨਜ਼ਰ ਆਉਂਦੀ ਹੈ। ਹਾਂਜੀ, ਕਾਲ ਵਾਯੂ ਕੇ ਬੇਗ ਬਹੰਤੇ। ਇੱਥੇ ਮੌਤ ਰੂਪੀ ਹਵਾ ਵਗ ਰਹੀ ਹੈ, ਮੌਤ ਰੂਪੀ ਹਵਾ ਵਗ ਰਹੀ ਹੈ। ਹਾਂਜੀ, ਛਿਨਮਹਿ ਬਿਨਾ ਧੀਰ ਬਿਨ ਸੰਤੇ। ਤੇ ਜਿਵੇਂ ਖਿੰਨ ਚੋਂ ਹਵਾ ਵਗ ਰਹੀ ਹੋਵੇ ਤੇ ਬੰਦੇ ਨੂੰ ਲੱਗਦੀ ਹੈ,
ਬਾਬਾ ਬਿਧੀ ਚੰਦ ਹੱਥ ਜੋੜ ਕੇ ਕਹਿੰਦੇ ਸੱਚੇ ਪਾਤਸ਼ਾਹ, ਖਿਣ ਵਿੱਚ ਧੀਰਜ ਰਹਿਤ ਹੋ ਕੇ ਸਰੀਰ ਬਿਨਸ ਜਾਂਦੇ ਆ, ਨਾਸ ਹੋ ਜਾਂਦੇ ਆ। ਭਾਵ ਮੌਤ ਆ ਰਹੀ ਹੈ, ਸਰੀਰ ਜਾਈ ਜਾਂਦੇ, ਉੱਤੇ ਥੱਲੇ ਕਿੰਨੇ ਸਰੀਰ ਚਾਲਾ ਮਾਰ ਗਏ ਜੀ। ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਸਰੀਰ ਤਿਆਗ ਗਏ, ਭਾਈ ਗੁਰਦਾਸ ਜੀ ਸਰੀਰ ਤਿਆਗ ਗਏ, ਮਾਤਾ ਦਮੋਦਰੀ ਜੀ, ਬੀਬੀ ਰਾਮੋ ਜੀ, ਸਾਈਂ ਦਾਸ ਜੀ, ਨਰੈਣ ਦਾਸ ਜੀ, ਮਾਤਾ ਦਇਆ ਕੌਰ ਜੀ, ਬਾਬਾ ਅਟਲ ਰਾਏ ਸਾਹਿਬ, ਕਿੰਨੇ ਸਰੀਰ ਤਿਆਗ ਗਏ। ਹਾਂਜੀ, ਜਿਨ ਪਰ ਕਰੁਣਾ ਹੈ ਤੁਮਾਰੀ। ਬਾਬਾ ਬਿਧੀ ਚੰਦ ਹੱਥ ਜੋੜ ਕੇ ਕਹਿੰਦੇ ਮੇਰੇ ਸਤਿਗੁਰੂ ਜੀ, ਮੇਰੇ ਮਾਲਕ ਜੀ, ਜਿਨ੍ਹਾਂ ਦੇ ਉੱਤੇ ਤੁਹਾਡੀ ਮਿਹਰ ਹੋ ਜਾਂਦੀ ਹੈ ਨਾ, ਤੁਹਾਡੀ ਕਿਰਪਾ ਹੋ ਜਾਂਦੀ ਹੈ, ਲਾਭ ਲੇਤ ਜਪ ਨਾਮ ਮਰਾਰੀ। ਉਹ ਇਸ ਧੁੰਦ ਦੇ ਵਿੱਚ ਵੀ ਲਾਭ ਲੈ ਲੈਂਦੇ ਜੀ। ਕਾਹਦਾ ਲਾਭ ਲੈਂਦੇ ਜੀ? ਲਾਹਾ ਕਲਯੁਗ ਰਾਮ ਨਾਮ ਹੈ। ਗੱਜ ਕੇ ਆਖੋ ਵਾਹਿਗੁਰੂ। ਕਲ ਮਹਿ ਇਹੋ ਪੁੰਨ ਗੁਣ ਗੋਬਿੰਦ ਗਾਹੇ। ਮਹਾਰਾਜ ਉਹ ਨਾਮ ਜਪ ਕੇ ਲਾਭ ਲੈ ਲੈਂਦੇ ਆ ਜਿਨ੍ਹਾਂ ਉੱਤੇ ਤੁਹਾਡੀ ਕਿਰਪਾ ਹੁੰਦੀ। ਬਿਨਾਂ ਉਹਦੀ ਕਿਰਪਾ ਤੋਂ ਪਿਆਰਿਓ ਮੁਖੋਂ ਵਾਹਿਗੁਰੂ ਨਹੀਂ ਨਿਕਲ ਸਕਦਾ ਜੀ। ਜੇ ਤੁਸੀਂ ਇੱਥੇ ਸੰਗਤ 'ਚ ਬੈਠੇ ਹੋ, ਜੇ ਕਥਾ ਦੇ ਵਿੱਚ ਮਗਰ ਤੁਸੀਂ ਵਾਹਿਗੁਰੂ ਵਾਹਿਗੁਰੂ ਕਹਿ ਰਹੇ ਹੋ, ਇਹ ਉਹਦੀ ਕਿਰਪਾ ਹੈ। ਹਾਂਜੀ, ਨਾਹੇ ਤਾਂ ਹਾਥ ਝਾਰ ਗਮਨੰਤੇ। ਹੇ ਮੇਰੇ ਸਤਿਗੁਰੂ, ਮੇਰੇ ਮਾਲਕ ਜੀ, ਜਿਨ੍ਹਾਂ ਉੱਤੇ ਆਪ ਜੀ ਦੀ ਕਿਰਪਾ ਨਹੀਂ ਨਾ ਹੁੰਦੀ, ਉਹ ਹੱਥ ਝਾੜ ਕੇ ਚਲੇ ਜਾਂਦੇ ਸੰਸਾਰ ਚੋਂ। ਉਹਨਾਂ ਦਾ ਕੋਈ ਵਾਲੀ ਵਾਰਸ ਨਹੀਂ ਹੁੰਦਾ ਜੀ। ਕਰਤ ਬੇਕਾਰ ਦਊ ਕਰ ਝਾਰਤ, ਰਾਮ ਰਤਨ ਰਿਦ ਤਿਲ ਨਹੀਂ ਧਾਰਤ। ਹਾਂਜੀ, ਚੱਲੇ ਜਾਤ ਥਿਰ ਹਵੈ ਨ ਰਹੰਤੇ। ਹੱਥ ਝਾੜਨ ਦਾ ਮਤਲਬ ਪਤਾ ਕੀ? ਹੱਥ ਬੰਦਾ ਉਰੋਂ ਝਾੜੇਗਾ ਜਦੋਂ ਖਾਲੀ ਹੋਣਗੇ ਜੀ। ਭਰੇ ਹੱਥ ਝਾੜੇਗਾ ਤੇ ਵਸਤੂ ਡਿੱਗ ਜਾਏਗੀ। ਭਰੇ ਹੋਏ ਹੱਥ ਨਹੀਂ ਚ ਕੋਈ ਝਾੜਦਾ, ਖਾਲੀ ਹੱਥ ਝਾੜਦਾ ਚ ਭਾਵ ਖਾਲੀ ਹੋ ਕੇ ਚਲੇ ਜਾਂਦੇ ਜੀ। ਚਲੇ ਜਾਤ ਥਿਰ ਹੋਇ ਨਾ ਰਹੰਤੇ। ਮਹਾਰਾਜ ਉਹ ਬੰਦੇ ਜਿਨ੍ਹਾਂ ਤੇ ਤੁਹਾਡੀ ਕਰੁਣਾ ਨਹੀਂ ਹੁੰਦੀ, ਤੁਹਾਡੀ ਮਿਹਰ ਨਹੀਂ ਹੁੰਦੀ, ਸੱਚੇ ਪਾਤਸ਼ਾਹ ਉਹ ਹੱਥ ਝਾੜਦੇ ਹੋਏ ਚਲੇ ਜਾਂਦੇ ਆ। ਪਰ ਜਿਨ੍ਹਾਂ ਤੇ ਮਿਹਰ ਹੋ ਜਾਂਦੀ ਹੈ, ਉਹ ਲਾਭ ਲੈ ਕੇ ਜਾਂਦੇ ਆ ਜੀ, ਉਹ ਨਫਾ ਲੈ ਕੇ ਜਾਂਦੇ ਆ ਜੀ। ਪ੍ਰਾਤ ਹੋਤ ਕੀਜੈ ਅਸਵਾਰੀ। ਠੀਕ ਹੈ ਮਹਾਰਾਜ, ਜਿਵੇਂ ਤੁਸੀਂ ਹੁਕਮ ਕੀਤਾ, ਸਵੇਰ ਹੁੰਦਿਆਂ ਸਾਰੀ ਇੱਥੋਂ ਚਾਲਾ ਪਾਓ ਮਹਾਰਾਜ। ਵਿਚਰਹੁ ਇੱਛਾ ਜਹਾਂ ਤੁਮਾਰੀ। ਜਿੱਥੇ ਤੁਹਾਡੀ ਇੱਛਾ ਹੈ ਉੱਥੇ ਵਿਚਰੋ। ਹੁਣ ਇਹਦਾ ਇੱਕ ਭਾਵ ਹੈ, ਗੁਰੂ ਸਾਹਿਬ ਤੇ ਉਹੀ ਹੈ, ਡਲੌਲੀ ਪਿੰਡ ਵੀ ਉਹੀ ਹੈ, ਘਰ ਵੀ ਉਹੀ ਹੈ ਜਿੱਥੇ ਉਚੇਚਾ ਆਏ ਸੀ, ਸਭ ਕੁਝ ਉਹੀ ਹੈ। ਪਰ ਅੱਜ ਪਿਆਰੇ ਨਹੀਂ ਹੈਗੇ ਤੇ ਮਹਾਰਾਜ ਕਹਿੰਦੇ ਚਲੋ ਚੱਲੀਏ। ਪਿਆਰਿਆਂ ਦੀ ਖੇਡ ਹੈਗੀ ਆ ਸਾਰੀ ਦੀ। ਹਾਂਜੀ, ਜਿਨ ਕੇ ਪ੍ਰੇਮ ਕਰੇ ਖਿੱਚ ਆਵਤ। ਬਾਬਾ ਬਿਧੀ ਚੰਦ ਸਾਹਿਬ ਕਹਿੰਦੇ ਮਹਾਰਾਜ, ਜਿਨ੍ਹਾਂ ਦੇ ਪਿਆਰ ਦੀ ਖਿੱਚ ਨਾਲ ਆਪ ਖਿੱਚੇ ਹੋਏ ਇੱਥੇ ਆਉਂਦੇ ਸੀਗੇ, ਸੋ ਦੰਪਤ ਅਬ ਨਹੀਂ ਦਿਸਾਵਤ। ਇਹ ਗੱਲ ਕਹਿੰਦਿਆਂ ਤੇ ਬਾਬਾ ਬਿਧੀ ਚੰਦ ਜੀ ਵੀ ਬੈਰਾਗੀ ਹੋ ਗਏ। ਉਹ ਕਹਿੰਦੇ ਮਹਾਰਾਜ ਹੁਣ ਉਹ ਦੋਵੇਂ ਜੀ ਨਜ਼ਰ ਨਹੀਂ ਆਉਂਦੇ, ਉਹ ਭਾਗਾਂ ਭਰੀ ਜੋੜੀ ਨਜ਼ਰ ਨਹੀਂ ਆਉਂਦੀ। ਇਹ ਬਾਬਾ ਸਾਈਂ ਦਾਸ ਜੀ ਦੀ ਤੇ ਬੀਬੀ ਰਾਮੋ ਜੀ ਦੀ ਜੋੜੀ ਭਾਗਾਂ ਵਾਲੀ ਜੀ। ਪਤਾ ਕਿਉਂ ਜੀ? ਸਤਿਗੁਰੂ ਜੀ ਦੇ ਪਰਥਾਏ ਕਦੀ ਬੀਬੀ ਰਾਮੋ ਨੇ ਨਹੀਂ ਸੀ ਕਿਹਾ ਸਾਈਂ ਦਾਸ ਜੀ ਨੂੰ ਵੀ ਤੁਸੀਂ ਮਹਾਰਾਜ ਨੂੰ ਯਾਦ ਕਰਦੇ ਰਹਿੰਦੇ, ਬੈਠੇ ਰਹਿੰਦੇ, ਵਿਹਲੇ ਬੈਠੇ ਰਹਿੰਦੇ ਚ। ਬੀਬੀ ਰਾਮੋ ਨੇ ਪੂਰਾ ਸਾਥ ਦਿੱਤਾ ਜੀ ਬਾਬੇ ਸਾਈਂ ਦਾਸ ਜੀ ਦਾ ਜੀ। ਹਾਂਜੀ, ਇਮ ਕਹੈ ਖਾਨ ਪਾਨ ਕੁਛ ਕੀਨੋ। ਇਹ ਕਹਿ ਕੇ ਗਰੀਬ ਨਵਾਜ਼ ਜੀ ਨੇ ਥੋੜਾ ਜਿਹਾ ਭੋਜਨ ਪ੍ਰਸ਼ਾਦਾ ਛਕਿਆ ਜੀ। ਰਹਿ ਉਦਾਸ ਬਿਸਰਾਮ ਸੋ ਕੀਨੋ। ਪਰ ਅੰਦਰ ਉਦਾਸ ਬਿਰਤੀ ਹੈ ਜੀ। ਪਿਆਰਿਆਂ ਦਾ ਬਾਰ-ਬਾਰ ਚੇਤਾ ਆਉਂਦਾ, ਬਾਰ-ਬਾਰ ਚੇਤਾ ਆਉਂਦਾ। ਥੋੜਾ ਸਮਾਂ ਮਹਾਰਾਜ ਨੇ ਆਰਾਮ ਕੀਤਾ ਜੀ। ਪ੍ਰਾਤ ਹੋਤ ਹੀ ਬੱਜੇ ਨਗਾਰੇ। ਸਵੇਰ ਹੁੰਦਿਆਂ ਹੀ ਨਗਾਰੇ ਵੱਜ ਉੱਠੇ ਜੀ। ਜਾਗੇ ਜੋਧਾ ਬਲੀ ਕਰਾਰੇ। ਸਭ ਯੋਧੇ ਵੱਡੇ ਵੱਡੇ ਸੂਰਮੇ ਜਾਗ ਉੱਠੇ ਜੀ।
ਸੌਚ ਇਸ਼ਨਾਨ ਸ਼ੀਘਰ ਸਭ ਕੀਨ। ਸਾਰਿਆਂ ਨੂੰ ਮਹਾਰਾਜ ਦਾ ਹੁਕਮ ਪਤਾ ਲੱਗ ਗਿਆ ਤੇ ਛੇਤੀ ਛੇਤੀ ਇਸ਼ਨਾਨ ਕੀਤਾ ਜੀ। ਫਿਰ ਇਹ ਨਹੀਂ ਵੀ ਤਿਆਰੀ ਕਰਦਿਆਂ ਸਮਾਂ ਲਾਇਆ, ਨਹੀਂ, ਫਿਰ ਛੇਤੀ ਛੇਤੀ ਇਸ਼ਨਾਨ ਪਾਨ ਕੀਤਾ ਸਾਰਿਆਂ ਨੇ। ਡਾਰੇ ਸਰਬ ਤੁਰੰਗਰ ਜੀਨ। ਤੇ ਘੋੜਿਆਂ ਦੇ ਉੱਤੇ ਕਾਠੀਆਂ ਪਾ ਲਈਆਂ ਸਾਰਿਆਂ ਨੇ ਜੀ। ਹਾਂਜੀ, ਸ੍ਰੀ ਹਰਗੋਬਿੰਦ ਚਹਤ ਲੜਾਈ। ਹੁਣ ਇੱਧਰ ਛੇਵੇਂ ਪਾਤਸ਼ਾਹ ਖੁਦ ਜੰਗ ਯੁੱਧ ਕਰਨਾ ਚਾਹੁੰਦੇ ਆ ਜੀ, ਤੁਰਕਾਂ ਦਾ ਨਾਸ ਵੀ ਕਰਨਾ ਨਾ ਜੀ। ਬਸਤਰ ਸ਼ਸਤਰ ਪਹਿਰੇ ਸਮੁਦਾਈ। ਤੇ ਬਸਤਰ ਸ਼ਸਤਰ ਮਹਾਰਾਜ ਨੇ ਵੀ ਅੰਮ੍ਰਿਤ ਵੇਲੇ ਹੀ ਧਾਰਨ ਕਰ ਲਏ ਜੀ। ਪੁਰ ਜਨ ਲਖੇ ਕੂਚ ਗੁਰ ਡੇਰੇ। ਤੇ ਸੰਗਤ ਨੂੰ ਪਤਾ ਲੱਗ ਗਿਆ, ਡਰੌਲੀ ਵਾਲਿਆਂ ਨੂੰ, ਵੀ ਗੁਰੂ ਹਰਗੋਬਿੰਦ ਸਾਹਿਬ ਕੂਚ ਕਰਨ ਲੱਗੇ। ਇੱਕਦਮ ਹੀ ਪ੍ਰੋਗਰਾਮ ਬਣ ਗਿਆ ਜੀ ਵੀ ਸੱਚੇ ਪਾਤਸ਼ਾਹ ਇੱਥੋਂ ਚੱਲੇ ਆ। ਹੁਣ ਭਾਈ ਕੀ ਡਰੌਲੀ ਦੀ ਸੰਗਤ ਨੇ ਭਾਈ ਸਾਈਂ ਦਾਸ ਜੀ ਦੀ ਸੰਗਤ ਕੀਤੀ ਹੈ। ਉਹਨਾਂ ਦੇ ਮਨ ਵਿੱਚ ਵੀ ਗੁਰੂ ਜੀ ਦੇ ਪ੍ਰਥਾਏ ਬੜਾ ਪ੍ਰੇਮ ਵਸਿਆ ਜੀ। ਹਾਂਜੀ, ਚੱਲ ਆਏ ਮਨ ਦੀਨ ਕਨੇਰੇ। ਤੇ ਫਿਰ ਸਾਰੀਆਂ ਸੰਗਤਾਂ ਇਕੱਠੀਆਂ ਹੋ ਕੇ ਨਾ ਡਰੌਲੀ 'ਚ ਹਾਹਾਕਾਰ ਮਚ ਗਈ ਵੀ ਮਹਾਰਾਜ ਚੱਲੇ ਆ, ਮਹਾਰਾਜ ਚੱਲੇ ਆ, ਮਹਾਰਾਜ ਚੱਲੇ ਆ। ਹਾਂਜੀ, ਹਾਥ ਜੋੜ ਕਰ ਸਭ ਹਿਨ ਕਹਿਓ। ਸਾਰੀ ਸੰਗਤ ਇਕੱਠੀ ਹੋ ਕੇ ਬਾਬੇ ਸਾਈਂ ਦਾਸ ਦੇ ਘਰ ਜਾ ਗਈ ਜੀ, ਜਿੱਥੇ ਮਹਾਰਾਜ ਬੈਠੇ ਸੀਗੇ ਤੇ ਤਿਆਰੀ ਸੀਗੀ ਦੀ ਚੱਲਣ ਦੀ। ਸੰਗਤਾਂ ਨੇ, ਨਗਰ ਵਾਸੀਆਂ ਨੇ ਹੱਥ ਜੋੜੇ ਤੇ ਹੱਥ ਜੋੜ ਕੇ ਗੁਰੂ ਜੀ ਨੂੰ ਬੈਰਾਗੀ ਹੋ ਕੇ ਬੇਨਤੀ ਕਰਨ ਲੱਗੇ। ਸਾਈਂ ਦਾਸ ਪਰਮ ਪਦ ਲਹਿਓ। ਸੱਚੇ ਪਾਤਸ਼ਾਹ ਬਾਬਾ ਸਾਈਂ ਦਾਸ ਜੀ ਨੇ ਪਰਮ ਪਦਵੀ ਦੀ ਪ੍ਰਾਪਤੀ ਕੀਤੀ, ਕੋਈ ਸ਼ੱਕ ਨਹੀਂ ਇਹਦੇ 'ਚ। ਆਖੋ ਸ੍ਰੀ ਵਾਹਿਗੁਰੂ ਵਾਹਿਗੁਰੂ। ਹਾਂਜੀ, ਇਹ ਤੇ ਮਾਨਸ ਕਿਆ ਵਿਚਾਰਾ ਤੇ ਲੋਕ ਸੁਣਾਏ ਸੀ। ਮਹਾਰਾਜ ਪਰਮ ਅਵਸਥਾ ਨੂੰ ਪ੍ਰਾਪਤ ਹੋ ਗਏ ਬਾਬਾ ਸਾਈਂ ਦਾਸ ਜੀ। ਅਬ ਤੁਮ ਚੜੇ ਛੋੜਪੁਰ ਜਨ ਕੋ। ਪਰ ਹੁਣ ਆਪ ਜੀ ਅਚਾਨਕ ਹੀ ਨਗਰ ਛੱਡ ਕੇ ਚੜ ਚੱਲੇ ਹੋ ਇੱਥੋਂ। ਮਹਾਰਾਜ ਕੌਣ ਰੱਖਿਅਕ ਇਨਕੋ। ਮਹਾਰਾਜ ਸਾਡੇ ਪਿੰਡ ਵਾਲਿਆਂ ਦਾ, ਇਹਨਾਂ ਸਾਰਿਆਂ ਦਾ ਰੱਖਿਅਕ ਕੌਣ ਹੈਗਾ? ਅਸੀਂ ਕਿਹਦੇ ਆਸਰੇ ਜੀਵਾਂਗੇ? ਪਿੰਡ ਵਾਲਿਆਂ ਨੂੰ ਵੀ ਬੜਾ ਧੀਰਜ ਨਹੀਂ ਸੀ ਵੱਜ ਰਿਹਾ ਜੀ। ਬਾਬਾ ਸਾਈਂ ਦਾਸ ਜੀ ਕਰਕੇ ਰੌਣਕਾਂ ਸੀਗੀਆਂ ਸਾਰੀਆਂ। ਨਿਕਟ ਕੌਣ ਕੇ ਬਿਨੇ ਉਚਾਰੈ। ਕਿਹਦੇ ਕੋਲ ਜਾ ਕੇ ਬੇਨਤੀ ਕਰਿਆ ਕਰਾਂਗੇ? ਕੋਈ ਦੁੱਖ ਸੁੱਖ ਹੋਣਾ, ਅਸੀਂ ਬਾਬਾ ਸਾਈਂ ਦਾਸ ਜੀ ਨੂੰ ਕਹਿੰਦੇ ਹੁੰਦੇ ਸਾਂ, ਉਹਨਾਂ ਸਾਡਾ ਦੁੱਖ ਸੁੱਖ ਸੁਣਨਾ ਤੇ ਹੱਲ ਕਰਨਾ। ਹੁਣ ਕਿਹਦੇ ਕੋਲ ਜਾਵਾਂਗੇ? ਸੰਗਤ ਜੀ, ਜਦੋਂ ਕੋਈ ਇਸ ਤਰ੍ਹਾਂ ਸਰੀਰ ਤਿਆਗਦਾ ਨਾ, ਫਿਰ ਹੱਥ ਫੜਨ ਵਾਲਾ ਲੱਭਦਾ ਕੋਈ ਨਹੀਂ ਜੀ। ਹਾਂਜੀ, ਜਾਂ ਤੇ ਮਨ ਸੰਚਿਤ ਦੁਖ ਧਾਰੈ। ਸਾਡਾ ਮਨ ਤੇ ਬੜਾ ਦੁਖੀ ਹੋ ਗਿਆ, ਸਾਨੂੰ ਬੜੀ ਚਿੰਤਾ। ਮਹਾਰਾਜ ਸਾਡੇ ਬਾਰੇ ਵੀ ਕੁਝ ਸੋਚੋ। ਦਇਆ ਸਿੰਧ ਤਬ ਧੀਰਜ ਦੀਨਾ। ਭਾਈ ਸੰਤੋਖ ਸਿੰਘ ਜੀ ਕਹਿੰਦੇ ਫਿਰ ਦਇਆ ਦੇ ਸਮੁੰਦਰ ਹੀ। ਆਖੋ ਸ੍ਰੀ ਵਾਹਿਗੁਰੂ। ਸ੍ਰੀ ਵਾਹਿਗੁਰੂ। ਸਮੁੰਦਰ ਦਾ ਸ਼ੁਰੂਆਤ ਤੇ ਹੈਗੀ, ਪਰ ਇੱਕ ਕੰਢੇ ਤੇ ਖਲੋ ਜਾਓ, ਦੂਜਾ ਕੰਢਾ ਨਜ਼ਰ ਨਹੀਂ ਆਉਂਦਾ ਜੀ। ਇਸੇ ਤਰ੍ਹਾਂ ਮਹਾਰਾਜ ਜੀ ਦੀ ਦਇਆ ਦਾ ਦੂਜਾ ਕੰਢਾ ਨਜ਼ਰ ਹੀ ਨਹੀਂ ਆਉਂਦਾ ਜੀ। ਇੰਨੇ ਦਿਆਲੂ ਨੇ ਛੇਵੇਂ ਪਾਤਸ਼ਾਹ। ਦਇਆ ਦੇ ਸਾਗਰ ਗੁਰੂ ਹਰਗੋਬਿੰਦ ਸਾਹਿਬ ਨੇ ਧੀਰਜ ਦਿੱਤਾ ਜੀ। ਹਾਂਜੀ, ਬਸਹੁ ਸੁਖੇਨ ਸੰਦੇਹ ਬਹੀਨਾ। ਮਹਾਰਾਜ ਕਹਿੰਦੇ ਸ਼ੰਕਾ ਰਹਿਤ ਹੋ ਜੋ, ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਹੈਗੀ, ਤੁਸੀਂ ਪਿੰਡ ਵਾਲੇ ਸੁਖੀ ਰਹੋਗੇ। ਇੱਥੇ ਕਹਿਣ ਲੱਗੇ। ਹਾਂਜੀ, ਸ਼੍ਰੀ ਗੁਰ ਦਿੱਤਾ ਜਨਮ ਸਥਾਨ। ਹਾਂਜੀ, ਤਹ ਪੂਜੋ ਸ਼ਰਧਾ ਧਰਮਾਨ। ਮਹਾਰਾਜ ਕਹਿਣ ਲੱਗੇ ਇੱਥੇ ਜਿੱਥੇ ਸ਼੍ਰੀ ਗੁਰਦਿੱਤਾ ਬਾਬਾ ਜੀ ਦਾ ਜਨਮ ਸਥਾਨ ਹੈ ਨਾ, ਇਹਦੀ ਪੂਜਾ ਕਰਿਆ ਕਰੋ ਸ਼ਰਧਾ ਧਾਰ ਕੇ, ਭਾਵ ਇੱਥੇ ਸਿਰ ਨਵਾਇਆ ਕਰੋ। ਤੇ ਬਹੁਤ ਸਾਰੀਆਂ ਸੰਗਤਾਂ ਨੇ ਇੱਥੋਂ ਦੀਆਂ ਨੇ ਉਸ ਅਸਥਾਨ ਦੇ ਦਰਸ਼ਨ ਕੀਤੇ ਆ ਜਿੱਥੇ ਬਾਬਾ ਗੁਰਦਿੱਤਾ ਜੀ ਦਾ ਜਨਮ ਹੋਇਆ ਜੀ। ਮਹਾਰਾਜ ਕਹਿਣ ਲੱਗੇ ਤੁਸੀਂ ਉਸ ਸਥਾਨ ਦੇ ਦਰਸ਼ਨ ਕਰਿਆ ਕਰੋ, ਉਹਦੀ ਪੂਜਾ ਕਰਿਆ ਕਰੋ। ਹਾਂਜੀ, ਅਰ ਤਿਸ ਮਾਤ ਜਹਾਂ ਸੰਸਕਾਰੀ। ਤੇ ਦੂਜਾ, ਜਿਸ ਜਗ੍ਹਾ ਬਾਬਾ ਗੁਰਦਿੱਤਾ ਜੀ ਦੇ ਮਾਤਾ ਜੀ ਮਾਤਾ ਦਮੋਦਰੀ ਜੀ ਦਾ ਸਰੀਰ ਦਾ ਸੰਸਕਾਰ ਕੀਤਾ ਗਿਆ ਨਾ,
ਰਚੋ ਦੇਹੁਰਾ ਤਹ ਸੁਖਕਾਰੀ। ਉੱਥੇ ਬਹੁਤ ਸੋਹਣਾ ਸਥਾਨ ਬਣਾਓ। ਅੱਜ ਬਣਿਆ ਹੋਇਆ ਉੱਥੇ ਸਥਾਨ ਜੀ, ਮਾਤਾ ਦਮੋਦਰੀ ਸਾਹਿਬ ਜੀ ਦਾ ਅਸਥਾਨ ਬਣਿਆ। ਚਲੋ ਮੈਂ ਤੁਹਾਨੂੰ ਫੋਟੋਆਂ ਨਾਲ ਨਹੀਂ ਜੋੜਦਾ, ਪਰ ਉੱਥੇ ਚਿੱਤਰ ਮਿਲਦਾ ਜੀ ਮਾਤਾ ਦਮੋਦਰੀ ਜੀ ਦਾ। ਬਾਬਾ ਗੁਰਦਿੱਤਾ ਜੀ ਨੂੰ ਗੋਦ ਚ ਲਿਆ ਜੀ। ਕਿਤੇ ਚਿੱਤਰ ਵੱਲ ਵੇਖਿਓ, ਬਣਾਉਣ ਵਾਲੇ ਨੇ ਕਮਾਲ ਕਰਤੀ ਸਾਧ ਸੰਗਤ ਦੀ। ਇੰਨਾ ਚਿਹਰਾ ਜਲਾਲ ਭਗਤੀ ਮਾਤਾ ਜੀ ਦੇ ਚਿਹਰੇ ਤੇ ਵਿਖਾਈ ਹੈ, ਵੇਖ ਕੇ ਠੰਡ ਪੈ ਜਾਂਦੀ ਜੀ। ਉੱਥੇ ਦੇਹਰੇ ਦੇ ਅਸਥਾਨ ਤੇ ਮਿਲਦੇ ਆ। ਮੈਂ ਤੁਹਾਨੂੰ ਫੋਟੋਆਂ ਨਾਲ ਨਹੀਂ ਜੋੜ ਰਿਹਾ, ਵੈਸੇ ਦੱਸ ਰਿਹਾ, ਕਿਤੇ ਜਾ ਕੇ ਵੇਖਿਓ ਜੀ। ਮਹਾਰਾਜ ਕਹਿੰਦੇ ਜਿੱਥੇ ਦਮੋਦਰੀ ਜੀ ਦਾ ਸੰਸਕਾਰ ਹੋਇਆ ਨਾ, ਅਸੀਂ ਤਾਂ ਮਾਤਾ ਹੀ ਕਹਿਣਾ ਨਾ ਜੀ, ਮਹਾਰਾਜ ਤੇ ਨਹੀਂ ਮਾਤਾ ਸ਼ਬਦ ਵਰਤਦੇ, ਮਹਾਰਾਜ ਜੀ ਦੇ ਤੇ ਮਹਿਲ ਨੇ। ਉਸ ਜਗ੍ਹਾ ਦੀ ਪੂਜਾ ਕਰਿਆ ਕਰੋ, ਉੱਥੇ ਦੇਹਰਾ ਬਣਾਓ, ਭਾਵ ਅਸਥਾਨ ਬਣਾਓ। ਹਾਂਜੀ। ਜਿਸ ਕੋ ਕਾਜ ਕਹੂੰ ਅਟਕਾਏ। ਤੇ ਤੁਹਾਡੇ ਪਿੰਡ ਵਿੱਚ ਜੇ ਕਿਸੇ ਦਾ ਕੰਮ ਅਟਕ ਜਾਵੇ, ਹੁਣ ਸੰਗਤ ਜੀ ਆਪਾਂ ਆਮ ਬੰਦੇ ਆ, ਕਈ ਵਾਰੀ ਕਈ ਕੰਮਾਂ 'ਚ ਵਿਘਨ ਪੈ ਜਾਂਦਾ, ਉਹ ਹੱਲ ਹੀ ਨਹੀਂ ਹੁੰਦਾ ਜੀ। ਜੇ ਤੁਹਾਡਾ ਕਿਸੇ ਦਾ ਕੋਈ ਕੰਮ ਅਟਕ ਜਾਵੇ, ਕਰਹੋ ਬੇਨਤੀ ਤਿਸ ਥਲ ਜਾਏ। ਤੇ ਮਾਤਾ ਦਮੋਦਰੀ ਜੀ ਵਾਲੇ ਅਸਥਾਨ ਬਾਰੇ ਗੁਰੂ ਜੀ ਨੇ ਇਸ਼ਾਰਾ ਕੀਤਾ, ਉਸ ਜਗ੍ਹਾ ਜਾ ਕੇ ਅਰਦਾਸ ਕਰਿਓ। ਗੱਜ ਕੇ ਆਖੋ ਬਿਲਕੁਲ। ਉੱਥੇ ਭੋਰਾ ਬਣਿਆ ਜੀ, ਅੱਜ ਉੱਥੇ ਭੋਰਾ ਬਣਿਆ ਜਿੱਥੇ ਮਾਤਾ ਜੀ ਦਾ ਸੰਸਕਾਰ ਕੀਤਾ ਗਿਆ ਹੈਗਾ ਜੀ। ਮਹਾਰਾਜ ਕਹਿੰਦੇ ਉੱਥੇ ਜਾ ਕੇ ਅਰਦਾਸ ਕਰਿਓ। ਹਾਂਜੀ। ਮਨੋ ਕਾਮਨਾ ਪੁਰ ਹੈ ਤੁਮਰੀ। ਤੁਹਾਡੀ ਮਨੋ ਕਾਮਨਾ ਪੂਰੀ ਹੋਵੇਗੀ ਉੱਥੇ ਅਰਦਾਸ ਕਰਨ ਨਾਲ। ਪਿੰਡ ਦੇ ਬਾਹਰ ਉਹ ਅਸਥਾਨ ਹੈ। ਅੱਜ ਵੀ ਉੱਥੇ ਬਹੁਤ ਸਾਰੀਆਂ ਸੰਗਤਾਂ ਸ਼ਰਧਾ ਦੇ ਨਾਲ ਜਾਂਦੀਆਂ ਨੇ ਤੇ ਉਹਨਾਂ ਦੀ ਮਨੋ ਕਾਮਨਾ ਪੂਰੀ ਹੁੰਦੀ ਹੈ ਜੀ। ਹਾਂਜੀ। ਸੰਕਟ ਪਰ ਹੈ ਸੋ ਲੇਹ ਉਬਾਰੀ। ਜੇ ਤੁਹਾਡੇ ਪਿੰਡ ਨੂੰ ਕੋਈ ਸੰਕਟ ਪੈ ਜਾਵੇ, ਕੋਈ ਵਿਪਤਾ ਪੈ ਜਾਵੇ, ਕੋਈ ਮੁਸੀਬਤ ਆਵੇ, ਤੇ ਮਹਾਰਾਜ ਨੇ ਮਾਤਾ ਦਮੋਦਰੀ ਜੀ ਵੱਲ ਇਸ਼ਾਰਾ ਕੀਤਾ, ਉਸ ਅਸਥਾਨ ਤੇ ਜਾ ਕੇ ਅਰਦਾਸ ਕਰਿਓ, ਤੁਹਾਡੇ ਸੰਕਟ ਤੋਂ ਤੁਹਾਡਾ ਬਚਾਅ ਹੋ ਜਾਏਗਾ। ਹਾਂਜੀ। ਸਿੱਖ ਸੰਤ ਕੀ ਕੀਜੈ ਸੇਵਾ। ਬਾਕੀ ਕੋਈ ਸਿੱਖ ਆਵੇ, ਕੋਈ ਸੰਤ ਆਵੇ ਤੁਹਾਡੇ ਪਿੰਡ ਵਿੱਚ, ਉਹਦੀ ਸੇਵਾ ਕਰਿਓ। ਹਾਂਜੀ। ਸਿੱਖੀ ਧਰ ਪੂਜੋ ਗੁਰਦੇਵਾ। ਸਿੱਖੀ ਧਾਰਨ ਕਰਕੇ ਗੁਰਦੇਵ ਗੁਰੂ ਨਾਨਕ ਸਾਹਿਬ ਜੀ ਨੂੰ ਪੂਜਿਆ ਕਰੋ, ਯਾਦ ਕਰਿਆ ਕਰੋ। ਹਾਂਜੀ। ਸਤਨਾਮ ਕੋ ਸਿਮਰਨ ਕਰਨੋ। ਤੇ ਬਾਕੀ ਸਿਮਰਨ ਕਰਿਆ ਕਰੋ ਇਕੱਠੇ ਹੋ ਕੇ ਸਾਰੇ ਪਿੰਡ ਵਾਲੇ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਪਰਮੇਸ਼ਰ ਦੇ ਸੱਚੇ ਨਾਮ ਦਾ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਸਿਮਰਨ ਕਰਿਆ ਕਰੋ, ਚੇਤੇ ਕਰਿਆ ਕਰੋ। ਹਾਂਜੀ। ਸ਼੍ਰੀ ਸਤਿਗੁਰ ਬਾਣੀ ਨਿਤ ਰਰਨੋ। ਗੁਰਬਾਣੀ ਰੋਜ਼ ਪੜ੍ਹਨੀ, ਮਹਾਰਾਜ ਕਹਿੰਦੇ ਗੁਰਬਾਣੀ ਰੋਜ਼ ਪੜ੍ਹਨੀ। ਥੋੜਾ ਜਿਹਾ ਗੱਜ ਕੇ ਕਹਿ ਦੇ, ਗੁਰਬਾਣੀ ਰੋਜ਼ ਪੜ੍ਹਨੀ। ਕਿਉਂ ਪੜ੍ਹਨੀ ਹੈ, ਕੀ ਕਾਰਨ ਹੈ? ਥੋੜੇ ਦਿਨ ਪਹਿਲਾਂ ਅਸੀਂ ਇੱਕ ਸਮਾਗਮ 'ਚ ਗਏ ਤਾਂ ਉੱਥੇ ਇੱਕ ਵੀਰ ਨੇ ਸਵਾਲ ਕੀਤਾ, ਕਹਿੰਦਾ ਸੁਖਮਨੀ ਸਾਹਿਬ 'ਚ ਰਾਮ ਨਾਮ ਦੀ ਬੜੀ ਮਹਿਮਾ ਹੈ, ਤੇ ਸੁਖਮਨੀ ਸਾਹਿਬ ਪੜ੍ਹ ਲਿਆ ਤੇ ਰਾਮ ਨਾਮ ਦੀ ਮਹਿਮਾ ਪਤਾ ਲੱਗ ਗਈ, ਤੇ ਹੁਣ ਫਿਰ ਜਦੋਂ ਮੈਂ ਸੁਖਮਨੀ ਸਾਹਿਬ ਪੜ੍ਹਦਾ ਤੇ ਮੇਰਾ ਜੀ ਕਰਦਾ ਵੀ ਸੁਖਮਨੀ ਸਾਹਿਬ ਨਾ ਪੜ੍ਹਾਂ ਤੇ ਰਾਮ ਨਾਮ ਜਪਾਂ, ਭਾਵ ਵਾਹਿਗੁਰੂ ਵਾਹਿਗੁਰੂ ਕਰਾਂ। ਬਾਣੀ ਪੜ੍ਹਦੀ ਇੱਕ ਦਿਨ ਠੀਕ ਹੈ, ਕਹਿੰਦਾ ਹੁਣ ਮੈਂ ਜੋ ਬਾਣੀ 'ਚ ਕਿਹਾ ਨਾਮ ਜਪੋ ਉਹ ਮੈਂ ਜਪਦਾ, ਹੁਣ ਬਾਣੀ ਪੜ੍ਹਨ ਦੀ ਲੋੜ ਨਹੀਂ ਹੈਗੀ। ਪਰ ਮਹਾਰਾਜ ਕਹਿੰਦੇ ਆ ਸ਼੍ਰੀ ਸਤਿਗੁਰ ਬਾਣੀ ਨਿਤ ਰਰਨੋ।
ਗੁਰੂ ਦੀ ਬਾਣੀ ਨੂੰ ਰੋਜ਼ ਪੜ੍ਹਨਾ ਹੈ। ਕਿਉਂ ਰੋਜ਼ ਪੜ੍ਹਨਾ? ਕਿਉਂਕਿ ਗੁਰੂ ਦੀ ਬਾਣੀ ਅੰਦਰ ਦੀ ਸਫਾਈ ਕਰਦੀ ਹੈ, ਤੇ ਇਹ ਸਫਾਈ ਰੋਜ਼ ਕਰਨੀ ਪੈਂਦੀ ਹੈ। ਨਾਮ ਤਾਂ ਹੀ ਠਹਿਰੇਗਾ ਜੇ ਗੁਰੂ ਦੀ ਬਾਣੀ ਨੂੰ ਰੋਜ਼ ਪੜ੍ਹੋਗੇ। ਤੇ ਕਿਵੇਂ? ਇੱਕ ਸੰਤ, ਉਹਨਾਂ ਕੋਲ ਚੇਲਾ ਰਹਿੰਦਾ ਸੀਗਾ। ਉਹ ਕਹਿੰਦਾ ਜੀ ਰੋਜ਼ ਬਾਣੀ ਪੜ੍ਹਨ ਦਾ ਕੀ ਫਾਇਦਾ ਹੈਗਾ? ਉਹ ਕਹਿੰਦੇ ਠੀਕ ਹੈ ਭਾਈ ਗੁਰਮੁਖਾ, ਚੱਲ ਯਾਤਰਾ ਤੇ ਚੱਲੀਏ। ਸਾਫ ਸਫਾਈ ਅਸਥਾਨ ਦੀ ਕਰਾ ਦਿੱਤੀ ਤੇ ਯਾਤਰਾ ਤੇ ਗਏ ਤੇ 3 ਦਿਨ ਲਾ ਕੇ ਆਏ। ਤੇ ਫਿਰ ਸੰਤਾਂ ਜਿੱਥੇ ਬਹਿੰਦੇ ਸੀ ਨਾ, ਉੱਥੇ ਥੜਾ ਸੀਗਾ, ਤੇ ਥੜੇ ਤੇ ਪੱਤੇ ਖਿਲਰੇ ਸੀਗੇ, ਤੇ ਪੱਤੇ ਖਿਲਰੇ ਤੇ ਉਸੇ ਤਰ੍ਹਾਂ ਮਿੱਟੀ ਘੱਟਾ ਪੈ ਗਿਆ ਸੀਗਾ। ਸੰਤ ਬਹਿਣ ਲੱਗੇ, ਚੇਲਾ ਕਹਿੰਦਾ ਨਾ ਬੈਠਿਓ। ਕਹਿੰਦੇ ਕਿਉਂ ਗੁਰਮੁਖਾ? ਕਹਿੰਦਾ ਮੈਨੂੰ ਸਾਫ਼ ਕਰ ਲੈਣ ਦਿਓ। ਕਹਿੰਦੇ ਪਰਸੋਂ ਹੀ ਤੇ ਕੀਤਾ ਸੀ ਸਾਫ਼, ਫਿਰ ਕੀ ਹੋਇਆ? ਪਰਸੋਂ ਤੇ ਝਾੜੂ ਮਾਰਿਆ ਸੀ, ਅੱਜ ਫਿਰ ਮਾਰਨਾ? ਕਹਿੰਦਾ ਜੀ ਅੱਜ ਫਿਰ ਖਲਾਰਾ ਪੈ ਗਿਆ। ਬਸ ਕਹਿੰਦੇ ਖਲੋ ਜਾ ਇੱਥੇ ਹੁਣ। ਜਿਵੇਂ ਰੋਜ਼ ਝਾੜੂ ਮਾਰਨਾ ਜ਼ਰੂਰੀ ਹੈ, ਉਵੇਂ ਰੋਜ਼ ਬਾਣੀ ਪੜ੍ਹਨੀ ਵੀ ਜ਼ਰੂਰੀ ਹੈ। ਅੰਦਰ ਸਾਫ਼ ਹੁੰਦਾ ਰਹਿੰਦਾ। ਬਾਣੀ ਸਤਿਗੁਰੂ ਜੀ ਦੇ ਵਿਚਾਰ ਵੀ ਨੇ, ਬਾਣੀ ਪਰਮਾਤਮਾ ਵੀ ਹੈ। ਮਨ ਦੇ ਵਿਚਾਰਾਂ ਨੂੰ ਗੁਰੂ ਜੀ ਦੀ ਬਾਣੀ ਮਾਰੇਗੀ ਜੀ। ਮਹਾਰਾਜ ਕਹਿੰਦੇ ਜਿੱਥੇ ਡਰੌਲੀ ਵਾਲਿਆਂ ਨੂੰ ਕਹਿੰਦੇ ਜਿੱਥੇ ਤੁਸੀਂ ਸਿਮਰਨ ਕਰਨਾ ਹੈ ਨਾ, ਉੱਥੇ ਰੋਜ਼ ਬਾਣੀ ਵੀ ਪੜ੍ਹਨੀ ਹੈ, ਬਾਣੀ ਦਾ ਪਾਠ ਵੀ ਕਰਨਾ ਹੈ। ਹੁਣ ਵੇਖੋ ਨਾ ਜੀ, ਸਾਨੂੰ ਪਤਾ ਸਾਡੇ ਕਮਰੇ 'ਚ ਇੱਥੇ ਇਹ ਪਿਆ, ਇੱਥੇ ਇਹ ਪਿਆ, ਇੱਥੇ ਇਹ ਪਿਆ, ਇਹਦੇ ਬਾਵਜੂਦ ਵੀ ਅਸੀਂ ਬਲਬ ਜਗਾਉਂਦੇ ਹਾਂ। ਬਾਣੀ ਬਲਬ ਹੈ, ਬਾਣੀ ਚਾਨਣ। ਗੁਰਬਾਣੀ ਇਸ ਜਗ ਮਹਿ ਚਾਨਣ, ਕਰਮ ਵਸੈ ਮਨ ਆਏ। ਸੋ ਮਹਾਰਾਜ ਗਰੀਬ ਨਵਾਜ ਕਹਿੰਦੇ ਬਾਣੀ ਰੋਜ਼ ਹੀ ਪੜ੍ਹਨੀ ਹੈ। ਮਤਾ ਇਹ ਸੋਚਿਓ ਵੀ ਇੱਕ ਵਾਰੀ ਜਪਜੀ ਸਾਹਿਬ ਪੜ੍ਹ ਲਿਆ ਤੇ ਰੋਜ਼ ਉਹੋ ਹੀ ਜਪਜੀ ਸਾਹਿਬ ਪੜ੍ਹਾਂ, ਉਹੋ ਹੀ ਸੁਖਮਨੀ ਸਾਹਿਬ ਪੜ੍ਹਾਂ। ਹਾਂ, ਉਹੋ ਹੀ ਪੜ੍ਹਨਾ ਭਾਈ, ਗੁਰੂ ਦਾ ਹੁਕਮ ਹੈ, ਨਿਤਨੇਮ ਹੀ ਦੇ ਦਿੱਤਾ ਜੀ। ਹਾਂਜੀ। ਇਮ ਉਪਦੇਸ਼ ਲਿਹੋ ਰਿਦ ਧਾਰੇ। ਮਹਾਰਾਜ ਕਹਿੰਦੇ ਇਹ ਉਪਦੇਸ਼ ਹਿਰਦੇ 'ਚ ਧਾਰਨ ਕਰ ਲਓ। ਸੁਨ ਉਪਦੇਸ਼ ਹਿਰਦੈ ਬਸਾਵਹੁ, ਮਨ ਇੱਛੇ ਨਾਨਕ ਫਲ ਪਾਵਹੁ। ਹਾਂਜੀ। ਹਲਤ ਪਲਤ ਮੈਂ ਰਹੋ ਸੁਖਾਰੇ। ਧੰਨ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਡਰੌਲੀ ਵਾਲਿਆਂ ਨੂੰ ਗੁਰਦਿੱਤਾ ਜੀ ਦੇ ਜਨਮ ਸਥਾਨ ਦੀ ਸੇਵਾ, ਮਾਤਾ ਦਮੋਦਰੀ ਜੀ ਵੱਲ ਇਸ਼ਾਰਾ ਕੀਤਾ ਵੀ ਉਹਨਾਂ ਦੇ ਸੰਸਕਾਰ ਵਾਲੇ ਅਸਥਾਨ ਦੀ ਸੇਵਾ ਕਰੋ। ਸਾਰੀਆਂ ਅਰਦਾਸਾਂ ਪੂਰੀਆਂ ਹੋਣਗੀਆਂ। ਸਿੱਖਾਂ ਸੰਤਾਂ ਦੀ ਸੇਵਾ ਕਰੋ, ਸਤਨਾਮ ਦਾ ਸਿਮਰਨ ਕਰੋ, ਗੁਰਬਾਣੀ ਦਾ ਰੋਜ਼ ਪਾਠ ਕਰੋ। ਇਸ ਲੋਕ ਵਿੱਚ ਵੀ ਸੁਖੀ ਰਹੋਗੇ ਤੇ ਪਰਲੋਕ 'ਚ ਵੀ ਸੁਖੀ ਰਹੋਗੇ। ਕੋਈ ਜੰਮ ਨਹੀਂ ਤੰਗ ਕਰ ਸਕੇਗਾ ਤੁਹਾਨੂੰ। ਹਾਂਜੀ। ਇਮ ਕਹਿ ਸਤਿਗੁਰ ਹਾਇ ਮੰਗਵਾਇਓ। ਸਾਰਿਆਂ ਨੂੰ ਉਪਦੇਸ਼ ਦੇ ਕੇ ਸੱਚੇ ਪਾਤਸ਼ਾਹ ਮਹਾਰਾਜ ਨੇ ਫਿਰ ਘੋੜਾ ਮੰਗਵਾਇਆ। ਕੰਚਨ ਜ਼ੀਨ ਸਹਿਤ ਚਲ ਆਇਓ। ਤੇ ਫਿਰ ਉਹਦੇ ਤੇ ਸੋਨੇ ਦੀ ਕਾਠੀ ਸਤਿਗੁਰੂ ਜੀ ਨੇ ਪਵਾਈ ਜੀ। ਮਹਾਰਾਜ ਪਾਤਸ਼ਾਹਾਂ ਦੇ ਪਾਤਸ਼ਾਹ ਨੇ। ਬਾਰ ਬਾਰ ਫੁਰਕਤ ਬਲ ਐਨ। ਘੋੜਾ ਵੀ ਅੱਜ ਖੁਸ਼ ਸੀ ਵੀ ਮਹਾਰਾਜ ਮੇਰੇ ਤੇ ਬਹਿਣਗੇ। ਬਾਰ ਬਾਰ ਨਾ ਉਹ ਫੁੰਕਾਰੇ ਮਾਰਦਾ ਸੀਗਾ ਜੀ, ਅੰਗ ਹਿਲਾਉਂਦਾ ਸੀਗਾ ਜੀ। ਚੰਚਲ ਮਨਹੁ ਨਾਗਰੀ ਨੈਣ। ਫੁੰਕਾਰੇ ਮਾਰੇ, ਬੜੇ ਆਨੰਦ ਨਾਲ। ਚੰਚਲ ਸੀਗਾ ਜੀ ਘੋੜਾ, ਐ ਨਾਗਣੀ ਚਤੁਰ ਇਸਤਰੀ ਦੇ ਨੈਣ ਵਾਲਾ ਸੀਗਾ ਜੀ ਉਹ। ਹਾਂਜੀ। ਦਾਸ ਗਹੇ ਕਰ ਨੀਟ ਸੋ ਰੋਕੈ। ਤੇ ਸੇਵਕ ਬੜੀ ਮੁਸ਼ਕਲ ਨਾਲ ਫੜ ਕੇ ਖਲੋਤੇ ਸੀ ਉਹਨੂੰ ਜੀ, ਘੋੜੇ ਨੂੰ। ਤੇ ਇਹ ਸੀ ਵੀ ਛੇਤੀ ਮਹਾਰਾਜ ਮੇਰੇ ਤੇ ਬੈਠਣ। ਬਹੁ ਸੁੰਦਰ ਮਨ ਹਰਤ ਬਿਲੋਕੈ। ਬੜਾ ਸੋਹਣਾ ਘੋੜਾ, ਸਜਿਆ ਧੱਦਿਆ ਘੋੜਾ, ਬੜੇ ਆਨੰਦ ਨਾਲ ਉਹ ਭਰਿਆ ਪਿਆ ਸੀ ਵੀ ਅੱਜ ਗੁਰੂ ਜੀ ਨੇ ਮੇਰੇ ਤੇ ਸਵਾਰੀ ਕਰਨੀ ਹੈ। ਉਠ ਸਤਿਗੁਰ ਹਾਇ ਕੋ ਕਰ ਨਮੋ। ਹਾਂ, ਹੁਣ ਇਹ ਕਮਾਲ ਦੀ ਗੱਲ ਹੈ। ਜਿਹੜੇ ਦਲਾਂ 'ਚ ਰਹਿੰਦੇ, ਨਿਹੰਗ ਸਿੰਘ ਦਲਾਂ 'ਚ ਰਹਿੰਦੇ, ਉਹਨਾਂ ਨੂੰ ਇਸ ਗੱਲ ਦਾ ਪਤਾ। ਆਮ ਬੰਦੇ ਨੂੰ ਕੀ ਪਤਾ? ਕਦੀ ਘੋੜੇ ਤੇ ਚੜ੍ਹਿਆ ਹੀ ਨਹੀਂ ਹੁੰਦਾ ਜੀ। ਆਪਣੇ ਘੋੜੇ ਨੂੰ ਵੀ ਮੱਥਾ ਟੇਕਿਆ ਜਾਂਦਾ ਜੀ। ਆਖੋ ਵਾਹਿਗੁਰੂ।
ਤੁਸੀਂ ਕਹੋਗੇ ਇਹ ਕਿਹੜੀ ਗੱਲ ਕਰਤੀ। ਦਲਾਂ 'ਚ ਵੇਖੋ, ਜਿਸ ਘੋੜੇ ਦੀ ਸਵਾਰੀ ਕਰਦੇ ਉਸ ਘੋੜੇ ਨੂੰ ਵੀ ਨਮਸਕਾਰ ਕਰਦੇ ਜੀ। ਉਠ ਸਤਿਗੁਰ ਹੈ ਕੋ ਕਰ ਨਮੋ, ਸੱਚੇ ਪਾਤਸ਼ਾਹ ਉੱਠੇ, ਘੋੜੇ ਨੂੰ ਵੀ ਨਮਸਕਾਰ ਕੀਤੀ ਜੀ। ਹਾਂਜੀ, ਸ਼੍ਰੀ ਨਾਨਕ ਸਿਮਰੇ ਤਿਹ ਸਮੋ। ਬੜੇ ਪ੍ਰੇਮ ਨਾਲ ਮਹਾਰਾਜ ਨੇ ਪੁਚਕਾਰਿਆ, ਉਹਦੇ ਹੱਥ ਫੇਰ ਕੇ ਨਾ ਕੰਧ ਤੇ ਫਿਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਯਾਦ ਕੀਤਾ। ਭਏ ਅਰੂੜ ਪਿਖੈ ਸਮੁਦਾਈ। ਤੇ ਸੱਚੇ ਪਾਤਸ਼ਾਹ ਫਿਰ ਸਾਰਿਆਂ ਦੇ ਵੇਖਦਿਆਂ ਗਰੀਬ ਨਵਾਜ ਘੋੜੇ ਉੱਤੇ ਸੱਜ ਗਏ ਜੀ। ਬੰਧਨ ਕਰਤ ਭਏ ਅਗਵਾਈ। ਬੰਧਨ ਕਰਤ ਭਏ ਅਗਵਾਈ। ਅੱਗੇ ਸਾਰੇ ਖਲੋਤੇ ਸੱਚੇ ਪਾਤਸ਼ਾਹ ਨੂੰ ਬੰਦਨਾ ਕਰ ਰਹੇ ਆ, ਮੱਥਾ ਟੇਕ ਰਹੇ ਆ। ਤੁਸੀਂ ਵੀ ਟੇਕੋ, ਸੁਰਤ ਵਿੱਚ ਦਰਸ਼ਨ ਕਰੋ। ਮੇਰੇ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਚਿੱਟੇ ਬਲਵਾਨ ਘੋੜੇ ਤੇ ਬੈਠੇ ਆ, ਅਸੀਂ ਵੀ ਰਸਤੇ ਵਿੱਚ ਹੀ ਖਲੋਤੇ ਆ, ਮਹਾਰਾਜ ਲੰਘ ਰਹੇ ਆ, ਟੇਕੋ ਮੱਥਾ ਸਾਰੇ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ। ਹਾਂਜੀ, ਪੁਰ ਜਨ ਹਟੇ ਸੋ ਪ੍ਰੇਰਿਓ ਘੋਰਾ। ਫਿਰ ਨਗਰ ਦੇ ਲੋਕ ਹੌਲੀ ਹੌਲੀ ਸਾਧ ਸੰਗਤ ਜੀ, ਮਹਾਰਾਜ ਨੇ ਕਿਹਾ ਹੁਣ ਤੁਸੀਂ ਚੱਲੋ ਘਰਾਂ ਨੂੰ, ਤੇ ਮਹਾਰਾਜ ਨੇ ਘੋੜਾ ਪ੍ਰੇਰਿਆ। ਦੁੰਧਬ ਬਜੇ ਮਨੋ ਘਨ ਘੋਰਾ। ਫਿਰ ਨਗਾਰੇ ਵੱਜ ਗਏ, ਐਂ ਹੋਇਆ ਜਿਵੇਂ ਬੱਦਲ ਗੱਜ ਪਏ ਹੋਣ। ਤੀਨ ਸਹਸਰ ਬਾਹਨੀ ਚੱਲੀ। ਤੇ ਸੱਚੇ ਪਾਤਸ਼ਾਹ ਦੇ ਨਾਲ 3000 ਫੌਜ ਸੀਗੀ ਜੀ ਉਸ ਸਮੇਂ ਦੀ। ਹਾਂਜੀ, ਖੜਗ ਤੁਫੰਗ ਧਰੇ ਕਲਮਲੀ। ਕਿਸੇ ਨੇ ਖੜਗ ਫੜੀ, ਤਲਵਾਰ, ਕਿਸੇ ਨੇ ਬੰਦੂਕ ਫੜੀ ਹੈ, ਤੇ ਇਸ ਤਰੀਕੇ ਨਾਲ ਸ਼ਸਤਰ ਫੜੇ ਹੈ। ਹਾਂਜੀ, ਚਲਤ ਸੁਭਟ ਸੋ ਤੁਰੰਗ ਨਚਾਵੇਂ। ਕੋ ਧਵਾਏ ਕਰ ਤੁਪਕ ਚਲਾਵੇਂ। ਬਸ ਫਿਰ ਉਸ ਸਮੇਂ ਹਵਾਈ ਫਾਇਰ ਵੀ ਕੱਢਦੇ ਆ ਵੀ ਫੌਜਾਂ ਤੁਰਨ ਲੱਗੀਆਂ, ਪਰ ਮਹਾਰਾਜ ਜਦੋਂ ਘੋੜੇ ਤੇ ਬੈਠ ਕੇ ਘੋੜਾ ਤੋਰਦੇ ਆ, ਫਿਰ ਚੇਤਾ ਕਿਹਦਾ ਆਇਆ? ਸਾਈਂ ਦਾਸ ਜੀ ਦਾ ਆਇਆ ਜੀ। ਉਹਨਾਂ ਦਾ ਨਗਰ ਹੈ ਨਾ, ਬੜਾ ਪਿਆਰ ਮਹਾਰਾਜ ਦਾ ਸਾਈਂ ਦਾਸ ਜੀ ਨਾਲ। ਬਲੀ ਏਕ ਤੋਂ ਏਕ ਵਿਸਾਲਾ। ਫੇਰਤ ਹਾਇ ਕੋ ਚੱਲ ਭਟ ਜਾਲਾ। ਹੁਣ ਮਹਾਰਾਜ ਅੱਗੇ ਘੋੜਾ ਪ੍ਰੇਰਦੇ ਆ, ਪਿੱਛੇ ਫੌਜਾਂ ਵਾਲੇ ਸਾਰੇ ਆਪਣੇ ਆਪਣੇ ਘੋੜੇ ਪ੍ਰੇਰਦੇ ਜਾ ਰਹੇ ਆ। ਨਾਮ ਧਰਿਓ ਰੂਪਾ ਜਿਸ ਗ੍ਰਾਮ। ਤੇ ਜਿਸ ਪਿੰਡ ਦਾ ਮੋੜਾ ਆਪ ਗੱਡਿਆ, ਜਿਸ ਪਿੰਡ ਦਾ ਨਾਮ ਆਪ ਰੱਖਿਆ, ਭਾਈ ਰੂਪਾ। ਨਿਜ ਸੇਵਕ ਲਖ ਕਰ ਅਭਿਰਾਮ। ਆਪਣੇ ਸੇਵਕ ਦੀ ਥਾਂ ਸੀਗੀ ਜੀ ਮਹਾਰਾਜ ਦੇ। ਹਾਂਜੀ, ਅਧਿਕ ਕਿਰਪਾ ਕਰਬੇ ਕਹੋ ਤਹਾਂ। ਹਾਂਜੀ, ਪ੍ਰਸਥਾਨੇ ਸਤਿਗੁਰੂ ਬਲ ਮਹਾ। ਤੇ ਗਰੀਬ ਨਵਾਜ ਵੱਡੇ ਯੋਧੇ ਸੱਚੇ ਪਾਤਸ਼ਾਹ ਫਿਰ ਉਸ ਪਾਸੇ ਨੂੰ ਪ੍ਰਸਥਾਨ ਕੀਤਾ ਜੀ। ਮਗਮ ਏਕ ਨਿਸਾ ਕਰ ਡੇਰਾ। ਇੱਕ ਰਾਤ ਗਰੀਬ ਨਵਾਜ ਰਸਤੇ ਵਿੱਚ ਵੀ ਰਹੇ ਜੀ। ਅਗਲੇ ਦਿਵਸ ਗ੍ਰਾਮ ਕੋ ਹੀਰਾ। ਅਗਲੇ ਦਿਨ ਫਿਰ ਰੂਪੇ ਪਿੰਡ ਵਿੱਚ ਪਹੁੰਚੇ, ਭਾਈ ਰੂਪਾ ਨਗਰ। ਤੁਹਾਨੂੰ ਚੇਤਾ ਹੋਏਗਾ ਜਦੋਂ ਮਹਾਰਾਜ ਨੇ ਮੋੜਾ ਗੱਡਿਆ, ਨਾਮ ਰੱਖਿਆ, ਤੇ ਉਦੋਂ ਹੀ ਮਹਾਰਾਜ ਨੇ ਭਾਈ ਰੂਪੇ ਨੂੰ ਕਹਿ ਦਿੱਤਾ ਸੀ ਵੀ ਅਸੀਂ ਫੇਰ ਆਵਾਂਗੇ ਇਸ ਨਗਰ ਵਿੱਚ, ਫੇਰ ਆਵਾਂਗੇ। ਬਚਨ ਵੀ ਪੂਰਾ ਕਰਨਾ ਨਾ, ਇਸ ਕਰਕੇ ਮਹਾਰਾਜ ਹੁਣ ਭਾਈ ਰੂਪੇ ਨਗਰ 'ਚ ਚੱਲੇ ਜੀ। ਪਿਤਾ ਪੁੱਤਰ ਸਾਧੂ ਅਰ ਰੂਪਾ। ਪਿਓ ਪੁੱਤ ਦੋਵੇਂ, ਭਾਈ ਸਾਧੂ ਜੀ ਤੇ ਭਾਈ ਰੂਪਾ ਜੀ। ਜਿਨਕੇ ਮਨ ਗੁਰ ਪ੍ਰੇਮ ਅਨੂਪਾ। ਇਹਨਾਂ ਦੇ ਮਨ ਵਿੱਚ ਨਾ ਜਿਹੜਾ ਪਿਆਰ ਸੀ ਉਹ ਅਨੂਪ ਸੀ, ਜਿਹਦੀ ਕਿਸੇ ਨਾਲ ਵੀ ਉਪਮਾ ਨਹੀਂ ਕੀਤੀ ਜਾ ਸਕਦੀ। ਗੱਜ ਕੇ ਆਖੋ, ਅਰੂਪ ਹੈ ਅਨੂਪ ਹੈ। ਪਰਮੇਸ਼ਰ ਜੀ ਵੀ ਅਨੂਪ ਨੇ, ਕਿਹਾ ਨਹੀਂ ਜਾ ਸਕਦਾ ਵੀ ਰੱਬ ਇਹਦੇ ਵਰਗਾ ਹੈ, ਨਹੀਂ, ਉਪਮਾ ਨਹੀਂ ਦਿੱਤੀ ਜਾ ਸਕਦੀ। ਇਹਨਾਂ ਦੇ ਵਿੱਚ ਜਿਹੜਾ ਪਿਆਰ ਸੀ, ਉਸ ਪਿਆਰ ਦੀ ਵੀ ਉਪਮਾ ਕਿਸੇ ਦੂਜੇ ਨਾਲ ਨਹੀਂ ਦਿੱਤੀ ਜਾ ਸਕਦੀ। ਭਾਈ ਸਾਧੂ ਤੇ ਭਾਈ ਰੂਪੇ ਦਾ ਆਪਣਾ ਵੱਖਰਾ ਵਿਲੱਖਣ ਪਿਆਰ ਹੈ ਮਹਾਰਾਜ ਨਾਲ। ਗ੍ਰਾਮ ਬਸਾਏ ਰਚੇ ਸ਼ੁਭ ਮੰਦਰ। ਸੋ ਹੁਣ ਉਹਨਾਂ ਵੀ ਪਿੰਡ ਵਸਾ ਲਿਆ, ਘਰ ਬਣਾ ਲਏ ਸੀਗੇ ਉੱਥੇ। ਬਾਂਸ਼ਤ ਗੁਰੂ ਬਸੈ ਇਨ ਅੰਦਰ। ਤੇ ਭਾਈ ਸਾਧੂ ਤੇ ਭਾਈ ਰੂਪੇ ਦੀ ਵੀ ਇੱਛਾ ਸੀ ਕਿਹੜਾ ਵੇਲਾ ਹੋਵੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨ ਪੈ ਜਾਣ ਇੱਥੇ ਜੀ। ਹਾਂਜੀ, ਕਰ ਲੀਪਨ ਬਿਧ ਨੀਕ ਸੁਧਾਰੇ। ਤੇ ਲਿਪਾਈ ਕਰ ਕਰਕੇ ਨਾ, ਉਦੋਂ ਲਿਪਾਈ ਕੀਤੀ ਜਾਂਦੀ ਸੀ, ਪੋਚਾ ਫੇਰਿਆ ਜਾਂਦਾ ਸੀਗਾ ਕੰਧਾਂ ਤੇ ਜੀ।
ਲਪਾਈ ਕਰ ਕਰਕੇ ਐ ਸੁਧਾਰ ਕੇ ਕੰਧਾਂ ਸਵਾਰ ਕੇ ਰੱਖੀਆਂ ਸੀਗੀਆਂ ਜੀ। ਮਨ ਪ੍ਰਸੰਨ ਹੋਏ ਜਿਨਹੁ ਨਿਹਾਰੇ। ਉੱਤੇ ਫੁੱਲ ਬੂਟੇ ਬਣਵਾਏ ਸੀਗੇ ਜਿਨ੍ਹਾਂ ਨੂੰ ਵੇਖ ਕੇ ਮਨ ਖੁਸ਼ ਹੁੰਦਾ ਸੀਗਾ ਜੀ। ਦੁੰਦਬ ਬਾਜਤ ਆਵਤ ਸੁਨੇ। ਉਹਨਾਂ ਨੇ ਸੁਣਿਆ ਵੀ ਨਗਾਰੇ ਵੱਜ ਰਹੇ ਆ। ਹਾਂਜੀ, ਗੁਰ ਡੇਰਾ ਲਖ ਹਰਖਤ ਘਨੇ। ਤੇ ਫਿਰ ਸਮਝ ਗਏ ਇਹ ਨਗਾਰੇ ਕਿਸੇ ਹੋਰ ਦੇ ਨਹੀਂ, ਛੇਵੇਂ ਪਾਤਸ਼ਾਹ ਆ ਰਹੇ ਨੇ, ਗੁਰੂ ਜੀ ਦੀਆਂ ਫੌਜਾਂ ਵਜਾ ਰਹੀਆਂ ਨੇ। ਬੜੇ ਖੁਸ਼ ਹੋਏ ਜੀ ਉਹ। ਦੋਨੋਂ ਦੌਰ ਦਰਸ ਕੋ ਧਾਏ। ਫੇਰ ਕੀ ਸੀਗਾ ਜੀ, ਦੋਵੇਂ ਪਿਓ ਪੁੱਤ ਦੌੜ ਕੇ ਪਿੰਡ ਦੇ ਬਾਹਰ ਆ ਗਏ ਜੀ। ਮਨਹੁ ਮਿਲਿਓ ਜਲ ਅਧਿਕ ਤਿਹਾਏ। ਜਿਵੇਂ ਬੜੇ ਚਿਰ ਦਾ ਕੋਈ ਪਿਆਸਾ ਹੋਵੇ ਤੁਹਾਨੂੰ ਪਾਣੀ ਮਿਲ ਜਾਵੇ ਨਾ ਤੇ ਉਹ ਫਿਰ ਖੁਸ਼ ਹੋ ਜਾਂਦਾ ਹੈ। ਇਸ ਤਰ੍ਹਾਂ ਦੋਵੇਂ ਪਿਓ ਪੁੱਤ ਖੁਸ਼ ਹੋ ਗਏ। ਚਰਨ ਕਮਲ ਜੁਤ ਸ਼ੁਭਤ ਰਕਾਬ। ਮਹਾਰਾਜ ਦੇ ਦੋਵੇਂ ਚਰਨ ਨਾ ਰਕਾਬਾਂ ਦੇ ਵਿੱਚ ਸੱਜੇ ਹੋਏ ਸਨ ਜੀ। ਧਰਿਓ ਸੀਸ ਗਹਿ ਜਾਏ ਸ਼ਿਤਾਬ। ਬਸ ਇੱਕ ਚਰਨ ਫਿਰ ਪਿਤਾ ਨੇ ਤੇ ਦੂਜਾ ਚਰਨ ਪੁੱਤਰ ਨੇ ਸਾਂਭ ਲਿਆ ਜੀ। ਦੋਵਾਂ ਨੇ ਮਹਾਰਾਜ ਦੇ ਚਰਨਾਂ ਤੇ ਸਿਰ ਰੱਖ ਦਿੱਤਾ। ਕੁਸ਼ਲ ਪ੍ਰਸ਼ਨ ਕਰ ਗਮਨੇ ਸੰਗ। ਫਿਰ ਨਾਲ ਨਾਲ ਤੁਰ ਪਏ ਘੋੜੇ ਦੇ। ਮਹਾਰਾਜ ਰਾਜੀ ਖੁਸ਼ੀ ਪੁੱਛਦੇ ਆ, ਮਨ ਮਹਿ ਆਨੇ ਮੋਦ ਉਮੰਗ। ਬੜੇ ਘਰ ਮਹਿ ਆਨੇ ਮੋਦ ਉਮੰਗ, ਬੜੀ ਖੁਸ਼ੀ ਦੇ ਨਾਲ ਆਪਣੇ ਘਰ ਵਿੱਚ ਸੱਚੇ ਪਾਤਸ਼ਾਹ ਜੀ ਨੂੰ ਲੈ ਕੇ ਆਏ। ਦਇਆ ਸਿੰਧ ਕੋ ਗ੍ਰਾਮ ਦਿਖਾਇਓ। ਦਇਆ ਦੇ ਸਿੰਧ ਸਾਗਰ ਗੁਰੂ ਹਰਗੋਬਿੰਦ ਸਾਹਿਬ ਨੂੰ ਪਿੰਡ ਵਿਖਾਇਆ ਜੀ। ਆ ਵੇਖੋ ਮਹਾਰਾਜ ਪਿੰਡ ਬਣਿਆ। ਕਿਰਪਾ ਆਪ ਇਹਾਂ ਬਸਾਇਓ। ਇਹ ਤੁਹਾਡੀ ਕਿਰਪਾ ਨਾਲ ਹੀ ਪਿੰਡ ਵਸਿਆ ਤੇ ਤੁਹਾਡੀ ਕਿਰਪਾ ਹੀ ਵਰਤ ਰਹੀ ਹੈ ਸਾਰੀ। ਆਛੋ ਕੀਨ ਗੁਰੂ ਪਿਖ ਕਹਿਓ। ਮਹਾਰਾਜ ਨੇ ਫਿਰ ਸਾਰਾ ਪਿੰਡ ਵੇਖਿਆ ਜੀ। ਭਾਈ ਰੂਪੇ ਪਿੰਡ ਆਪਾਂ ਗਏ ਸੰਗਤਾਂ ਇੱਥੋਂ, ਸਾਰਾ ਪਿੰਡ ਮਹਾਰਾਜ ਨੇ ਵੇਖਿਆ ਜੀ। ਫਿਰ ਦੀ ਹੋ ਜੀ ਤੇ ਮਹਾਰਾਜ ਕਹਿੰਦੇ ਵਧੀਆ ਬਣਿਆ। ਆਖੋ ਵਾਹਿਗੁਰੂ। ਆਛੋ ਕੀਨ, ਵਧੀਆ ਕੀਤਾ, ਵਧੀਆ ਬਣਿਆ ਪਿੰਡ। ਪੁਨ ਬਿਸਰਾਮ ਭਰਿਅੰਕਹ ਲਹਿਓ। ਫਿਰ ਸੱਚੇ ਪਾਤਸ਼ਾਹ ਗਰੀਬ ਨਵਾਜ ਆਰਾਮ ਕਰਨ ਵਾਸਤੇ ਪਲੰਘੇ ਦੇ ਉੱਤੇ ਸੱਜ ਗਏ। ਸੋ ਹੁਣ ਇਹਦੇ ਤੋਂ ਅੱਗੇ ਪ੍ਰਸੰਗ ਕੱਲ ਨੂੰ ਸਰਵਣ ਕਰਾਂਗੇ। ਸਤਿਗੁਰੂ ਜੀ ਕਿਰਪਾ ਕਰਨ, ਮਿਹਰ ਕਰਨ, ਅੰਦਰ ਪਿਆਰ ਦੀ ਦਾਤ ਬਖਸ਼ਣ, ਘਣਾ ਪ੍ਰੇਮ ਬਖਸ਼ਿਸ਼ ਕਰਨ ਸੱਚੇ ਪਾਤਸ਼ਾਹ। ਆ ਮਹੀਨਾ ਜੇਠ ਦਾ ਤੇ ਮਹਾਰਾਜ ਕਿਰਪਾ ਕਰਦੇ ਆ। ਕਹਿੰਦੇ ਪਰਮੇਸ਼ਰ ਅੱਗੇ ਸਾਰੇ ਝੁਕਦੇ ਆ ਤੇ ਜਿਹਦੇ ਅੱਗੇ ਸਾਰੇ ਝੁਕਦੇ ਆ ਉਹਦੇ ਨਾਲ ਜੁੜਨਾ ਚਾਹੀਦਾ ਹੈ। ਆਪਾਂ ਵੀ ਜੁੜੀਏ ਜੀ। ਮਹਾਰਾਜ ਕਿਰਪਾ ਕਰਨ, ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਿਸ਼ ਕਰਨੀ। ਸਰਬੱਤ ਸੰਗਤਾਂ ਨੂੰ ਸਤਿਗੁਰੂ ਜੀ ਆਪਣੇ ਪ੍ਰੇਮ ਦੀ ਦਾਤ ਬਖਸ਼ਣ, ਸ਼ਬਦ ਦੀ ਦਾਤ ਬਖਸ਼ਣ, ਅੰਤਰ ਸੁਰਤ ਗਿਆਨ ਬਖਸ਼ਣ ਤੇ ਨਿਹਾਲ ਕਰਨ ਜੀ। ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਿਸ਼ ਕਰਨੀ। ਪਿਆਰ ਨਾਲ ਗੱਜ ਕੇ ਸਾਰੀ ਸੰਗਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।